ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। 8 ਸਤੰਬਰ ਯਾਨੀ ਕਿ ਵਰਲਡ ਫਿਜ਼ੀਓਥੈਰੇਪੀ ਡੇ 125 ਦੇਸ਼ਾਂ ਦੇ ਵਿੱਚ ਇੱਕ ਸੰਸਥਾ ਜਿਹੜੀ ਹੈਗੀ WCPT 125 ਦੇਸ਼ ਉਹਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਵਿੱਚੋਂ ਭਾਰਤ ਵੀ ਇੱਕ ਹੈ। ਵਰਲਡ ਫਿਜ਼ੀਓਥੈਰੇਪੀ ਡੇ ਵਾਲੇ ਦਿਨ ਇਸ 125 ਦੇਸ਼ਾਂ ਦੇ ਸਮੂਹ ਦੇ ਅੰਦਰ ਪੂਰੇ ਜਿਹੜੇ 125 ਦੇਸ਼ ਨੇ ਉਹਨਾਂ ਦੇ ਵਿੱਚੋਂ ਫਿਜ਼ੀਓਥੈਰੇਪੀ ਦਾ ਇਹ ਦਿਹਾੜਾ ਬੜੇ ਅਲੱਗ ਢੰਗ ਨਾਲ ਮਨਾਇਆ ਜਾਂਦਾ ਹੈ। ਜਿਹੜਾ ਤੰਦਰੁਸਤੀ ਵੱਲ ਕਿਸ ਤਰ੍ਹਾਂ ਇਨਸਾਨੀਅਤ ਨੂੰ ਲਿਜਾਇਆ ਜਾ ਸਕਦਾ ਹੈ ਬਿਨਾਂ ਦਵਾਈਆਂ ਤੋਂ, ਇਹ ਇੱਕ ਆਪਣੇ ਹੀ ਵਿਲੱਖਣ ਢੰਗ ਦੇ ਨਾਲ ਇਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀ ਪ੍ਰੈਜੈਂਟੇਸ਼ਨਸ ਦਿੱਤੀਆਂ ਜਾਂਦੀਆਂ ਨੇ। ਅਤੇ ਅੱਜ ਦੇ ਦਿਨ ਮੈਂ ਡਾਕਟਰ ਪੰਕਜਪ੍ਰੀਤ ਸਿੰਘ ਫਿਜ਼ੀਓਥੈਰੇਪੀਸ ਦੇ ਰਿਨਾਊਂਡ ਡਾਕਟਰ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਡ ਆਫ ਦੀ ਡਿਪਾਰਟਮੈਂਟ ਨੇ ਫਿਜ਼ੀਓਥੈਰੇਪੀ ਦੇ, ਅਤੇ ਬੜਾ ਵੱਡਾ ਨਾਮ ਹੈ ਇਹਨਾਂ ਦਾ। ਅਤੇ ਇਸ ਦਿਨ ਮੈਂ ਇਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ ਦਾ ਮੇਰਾ ਮਕਸਦ ਇੱਕ ਅਜਿਹੇ ਵਿਸ਼ੇ ਦੇ ਉੱਤੇ ਗੱਲ ਕਰਨਾ ਹੈ ਜਿਹੜਾ ਵਿਸ਼ਾ ਅੱਜ ਹਰ ਇੱਕ ਇਨਸਾਨ ਦੇ ਨਾਲ ਜੁੜਿਆ ਹੋਇਆ, ਕਿਉਂਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਦਾ ਡਾਕਟਰਾਂ ਦੇ ਨਾਲ ਵਾਹ ਪੈਂਦਾ, ਜਾਂ ਫਿਰ ਕਿਸੇ ਨਾ ਕਿਸੇ ਦਾ ਜਿਹੜਾ ਉਹ ਆਪਰੇਸ਼ਨ ਦੌਰਾਨ ਜਿਹੜਾ ਰੀੜ੍ਹ ਦੀ ਹੱਡੀ ਦੇ ਵਿੱਚ ਇੰਜੈਕਸ਼ਨ ਜ਼ਰੂਰ ਲੱਗਦਾ ਜਿਹੜਾ ਬੇਹੋਸ਼ ਕਰਨ ਵਾਲਾ ਹੋਵੇ। ਅਤੇ ਉਸ ਦੌਰਾਨ ਜਦੋਂ ਆਪਰੇਸ਼ਨ ਹੋ ਜਾਂਦਾ ਤਾਂ ਫਿਰ ਸਾਰੀ ਉਮਰ ਉਹ ਬੰਦਾ ਇਹ ਕਹਿੰਦਾ ਰਹਿੰਦਾ ਮੇਰੀ ਪਿੱਠ 'ਚ ਟੀਕਾ ਲੱਗਾ ਸੀ, ਮੇਰੇ ਤਾਂ ਦਰਦ ਹੁੰਦਾ। ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਪਿੱਠ 'ਚ ਜਦੋਂ ਟੀਕਾ ਲੱਗਦਾ ਹੈ ਅਤੇ ਉਹ ਫਿਰ ਦਰਦ ਕਿਉਂ ਹੁੰਦੀ ਰਹਿੰਦੀ ਹੈ। ਪਿੱਠ ਦਾ ਟੀਕਾ ਤਾਂ ਇਸ ਕਰਕੇ ਲਾਇਆ ਜਾਂਦਾ ਵੀ ਬੇਹੋਸ਼ ਕਰਕੇ ਬੰਦੇ ਨੂੰ ਦਰਦ ਨਾ ਹੋਵੇ ਅਤੇ ਉਹ ਆਪਰੇਸ਼ਨ ਜਿਹੜਾ ਸੁਖਾਲੇ ਢੰਗ ਨਾਲ ਹੋ ਜੇ ਬਿਨਾਂ ਦਰਦ ਤੋਂ, ਪਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦਰਦ, ਇਹ ਤਾਂ ਫਿਰ ਨਾਇਨਸਾਫੀ ਹੋ ਗਈ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਕੁਲਵੰਤ ਜੀ, ਤੁਸੀਂ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਆਪਣੇ ਵਿਚਾਰ ਰੱਖਣ ਦਾ। ਅਤੇ ਅੱਜ ਵਰਲਡ ਫਿਜ਼ੀਓਥੈਰੇਪੀ ਡੇ ਹੈ ਅਤੇ ਮੈਂ ਦਰਸ਼ਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਇਸ ਦਿਹਾੜੇ ਅਸੀਂ ਬਿਨਾਂ ਦਵਾਈਆਂ ਤੋਂ ਦਰਦਾਂ ਦੇ ਰਾਹਤ ਦੇਣ 'ਚ ਕਾਮਯਾਬ ਹੋ ਰਹੇ ਹਾਂ। ਡਾਕਟਰ ਸਾਹਿਬ, ਦਰਦਾਂ ਤੋਂ ਰਾਹਤ ਦੇਣ ਦੇ ਵਿੱਚ ਕਾਮਯਾਬ ਹੋ ਰਹੇ ਹੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬਹੁਤ ਦੁਨੀਆ ਤੁਹਾਡੇ ਤੋਂ ਠੀਕ ਹੋ ਕੇ ਜਾ ਰਹੀ ਹੈ ਅਤੇ ਤੁਸੀਂ ਮੁਬਾਰਕਬਾਦ ਦੇ ਪਾਤਰ ਵੀ ਹੋ, ਪਰ ਨਾਲ ਨਾਲ ਥੋੜ੍ਹਾ ਜਿਹਾ ਇੱਕ ਮਾਨਸਿਕ ਦਰਦ ਜਿਹੜਾ ਹੈਗਾ ਉਹ ਵੀ ਹੈਗਾ ਅਤੇ ਸਰੀਰਕ ਦਰਦ ਵੀ ਹੈਗਾ, ਜਿਹੜਾ ਕਿ ਪਿੱਠ 'ਚ ਟੀਕਾ ਲੱਗਦਾ ਜਿਹੜਾ ਆਪਰੇਸ਼ਨ ਦੇ ਦੌਰਾਨ, ਉਹ ਸਾਰੀ ਜ਼ਿੰਦਗੀ ਦੁਖੀ ਜਾਂਦਾ। ਕਿਤੇ ਨਾ ਕਿਤੇ ਮੇਰੇ ਵੀ ਹੋਇਆ ਸੀਗਾ ਅਤੇ ਆਪਰੇਸ਼ਨ ਹੋਇਆ ਐਪੈਂਡਿਸਾਈਟਿਸ ਦਾ, ਉਹ ਮੇਰੇ ਵੀ ਆਪਰੇਸ਼ਨ ਹੋਇਆ ਅਤੇ ਉਹ ਇੰਜੈਕਸ਼ਨ ਲੱਗਾ, ਦਰਦ ਮੇਰੇ ਵੀ ਹੋਇਆ। ਹੁਣ ਮੈਨੂੰ ਨਹੀਂ ਪਤਾ ਉਹ ਕੀ ਕਾਰਨ ਹੈ, ਉਹਦੇ ਪਿੱਛੇ ਕੀ ਨਹੀਂ ਹੈਗੇ, ਦਰਦ ਮੇਰੇ ਵੀ ਹੁੰਦਾ। ਜਿਹਦੇ ਵੀ ਆਪਰੇਸ਼ਨ ਦੇ ਦੌਰਾਨ ਉਹਦੇ ਪਿੱਠ 'ਚ ਟੀਕਾ ਲੱਗਦਾ ਉਹਦੇ ਦਰਦ ਜ਼ਰੂਰ ਹੁੰਦਾ। ਥੋੜ੍ਹਾ ਜਿਹਾ ਇਹਦੇ 'ਤੇ ਚਾਨਣਾ ਪਾਓ ਵੀ ਕਹਾਣੀ ਕੀ ਹੈ। ਉਹ ਦਰਦ ਤੋਂ ਛੁਟਕਾਰਾ ਪਾਉਣ ਲਈ ਤਾਂ ਆਪਾਂ ਇੰਜੈਕਸ਼ਨ ਲਾਉਂਦੇ ਹਾਂ ਵੀ ਦਰਦ ਨਾ ਹੋਵੇ, ਜਿਹੜਾ ਉਹਦੇ 'ਚ ਆਪਰੇਸ਼ਨ ਸੁਖਾਲਾ ਹੋ ਜੇ, ਪਰ ਤਾਂ ਫਿਰ ਸਾਰੀ ਜ਼ਿੰਦਗੀ ਦਾ ਰੋਗ ਬਣ ਗਿਆ। ਕੀ ਕਹਿਣਾ ਚਾਹੋਗੇ? ਇਹ ਨਾ ਜੀ ਇੱਕ ਮਿੱਥ ਹੈ ਕਿ ਜਿਹੜਾ ਪਿੱਠ 'ਚ ਦਰਦ ਹੈ ਉਹ ਟੀਕੇ ਕਰਕੇ ਹੈ। ਜੇ ਅਸੀਂ ਕਿਸੇ ਲੇਡੀ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਪਿੱਠ 'ਚ ਦਰਦ ਕਦੋਂ ਹੋਇਆ ਸੀ, ਤਾਂ ਉਹ ਚਾਹੇ 50 ਸਾਲ ਦੀ ਹੈ, ਚਾਹੇ ਉਹ 40 ਸਾਲ ਦੀ ਹੈ, ਚਾਹੇ ਉਹ 60 ਸਾਲ ਦੀ ਹੈ, ਉਹ ਆਪਣੇ ਪਿੱਠ ਦਰਦ ਦਾ ਕਸੂਰ ਉਹ ਟੀਕੇ ਨੂੰ ਦਿੰਦੀ ਹੈ। ਜਿਹੜੀ ਪ੍ਰੈਗਨੈਂਸੀ ਦੌਰਾਨ, ਡਿਲੀਵਰੀ ਦੌਰਾਨ ਉਹ ਟੀਕਾ ਸੁੰਨ ਕਰਨ ਵਾਸਤੇ ਪਿੱਠ 'ਚ ਲਾਇਆ ਜਾਂਦਾ ਹੈ। ਸਾਰੀਆਂ ਲੇਡੀ ਜਿੰਨੀਆਂ ਤੁਹਾਡੇ ਕੋਲ ਆਉਂਦੀਆਂ ਸਾਰੀਆਂ ਇਹ ਕਹਿੰਦੀਆਂ? ਤਕਰੀਬਨ ਸਾਰੀ ਲੇਡੀਜ਼ ਹੀ ਜਦੋਂ ਆਪਣੀ ਹਿਸਟਰੀ ਦਿੰਦੀ ਹੈ ਦਰਦ ਦੀ, ਤਾਂ ਉਹ ਸਭ ਨੂੰ ਪਹਿਲੇ ਕਹਿੰਦੀ ਹੈ ਜੀ ਮੈਂ ਜਦੋਂ ਬੱਚਾ ਹੋਇਆ ਸੀਗਾ ਨਾ ਜੀ ਮੇਰੀ ਪਿੱਠ 'ਤੇ ਟੀਕਾ ਲੱਗਿਆ ਸੀ, ਉਸ ਤੋਂ ਬਾਅਦ ਇਹ ਦਰਦ ਨਹੀਂ ਗਿਆ। ਐਕਚੁਅਲੀ ਇਹ ਦਰਦ ਦਾ ਕਾਰਨ ਇਹ ਟੀਕਾ ਨਹੀਂ ਸੀ। ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਨੇ ਆਪਣੇ ਅੰਦਰ ਇੱਕ ਬੇਬੀ ਕੈਰੀ ਕਰਨਾ ਹੁੰਦਾ ਹੈ ਜਿਹਦਾ ਆਪਣਾ ਇੱਕ ਭਾਰ ਹੈ। ਬਿਲਕੁਲ। ਫਿਰ ਉਹ ਜਿਹੜੀਆਂ ਮਸਲਸ ਉਹ ਬੇਬੀ ਕੈਰੀ ਕਰਦੀਆਂ ਨੇ, ਉਹ ਬੱਚੇ ਨੂੰ ਕੈਰੀ ਕਰਦੀਆਂ ਨੇ, ਜਿਹਨੂੰ ਕਿ ਆਪਾਂ ਐਬਡੋਮੀਨਲ ਮਸਲਸ ਕਹਿੰਦੇ ਹਾਂ ਜਾਂ ਢਿੱਡ ਦੀਆਂ ਮਾਸਪੇਸ਼ੀਆਂ ਕਹਿੰਦੇ ਹਾਂ, ਉਹ ਢਿੱਲੀਆਂ ਪੈ ਜਾਂਦੀਆਂ ਨੇ, ਉਹ ਕਮਜ਼ੋਰ ਹੋ ਜਾਂਦੀਆਂ ਨੇ, ਕਿਉਂਕਿ 9 ਮਹੀਨੇ ਉਹ ਬੱਚਾ ਢਿੱਡ 'ਚ ਉਹਨਾਂ ਨੇ ਚੱਕਿਆ, ਖਿੱਚ ਪਈ ਰਹਿੰਦੀ ਹੈ, ਪੂਰੀ ਰਹਿੰਦੀ ਹੈ, ਕਮਜ਼ੋਰ ਹੋ ਜਾਂਦੀਆਂ ਉਹ ਮਸਲਸ। ਅਤੇ ਨਾਲ ਉਹ ਰੀੜ੍ਹ ਦੀ ਹੱਡੀ 'ਤੇ ਬਹੁਤ ਸਟਰੈਸ ਪੈਂਦਾ, ਜਿਸ ਕਾਰਨ ਉਹ ਲੇਡੀ ਨੂੰ ਤੁਰਨਾ, ਉੱਠਣਾ, ਬੈਠਣਾ, ਪਾਸਾ ਲੈਣਾ ਬਹੁਤ ਔਖਾ ਹੋ ਜਾਂਦਾ ਹੈ। ਤਾਂ ਹੀ ਉਹ ਇੱਦਾਂ ਪਿੱਠ ਦੇ ਵਿੱਚ ਕਮਾਨ ਵਾਂਗੂ ਬਣ ਜਾਂਦਾ। ਬਿਲਕੁਲ ਜਿਵੇਂ ਤੀਰ ਦੀ ਕਮਾਨ ਖਿੱਚਦੇ ਆ ਅਤੇ ਅੱਗੇ ਡੰਡੇ 'ਤੇ ਉਹ ਜਿਹੜਾ ਤੀਰ ਆ ਉਹ 'ਤੇ ਜ਼ੋਰ ਪੈਂਦਾ, ਐਵੇਂ ਰੀੜ੍ਹ ਦੀ ਹੱਡੀ 'ਤੇ ਪੂਰਾ ਜ਼ੋਰ ਪੈਂਦਾ। ਸੋ ਉਹ ਜਦੋਂ ਜ਼ੋਰ ਪੈਂਦਾ ਹੈ ਅਤੇ ਉਹ ਪਿੱਠ ਉਹਨਾਂ ਦੀ ਚੰਗੀ ਤਰ੍ਹਾਂ ਰਗੜੀ ਜਾਂਦੀ ਹੈ। ਹੁਣ ਉਹ ਰਾਹਤ ਕਦੋਂ ਮਿਲਦੀ ਹੈ? ਜਦੋਂ ਬੱਚਾ ਉਹ ਸਰੀਰ ਤੋਂ ਬਾਹਰ ਆ ਜਾਂਦਾ ਹੈ ਅਤੇ ਉਸ ਦੌਰਾਨ ਕੁਛ ਕੰਪਲੀਕੇਸ਼ਨਸ ਆਉਂਦੀਆਂ ਨੇ। ਉਹ ਕੰਪਲੀਕੇਸ਼ਨਸ ਕੀ ਨੇ? ਕੰਪਲੀਕੇਸ਼ਨ ਪਹਿਲੀ ਇਹ ਹੈ ਕਿ ਜੇ ਮਾਂ ਖੰਘੇ ਜਾਂ ਨਿੱਛ ਮਾਰੇ
ਤਾਂ ਉਹਦਾ ਜਿਹੜਾ ਪਿਸ਼ਾਬ ਹੈ ਉਹ ਨਿਕਲ ਜਾਂਦਾ ਹੈ। ਇੱਦਾਂ ਵੀ ਹੋ ਜਾਂਦਾ? ਉਹ ਡ੍ਰਿਬਲਿੰਗ ਹੁੰਦੀ ਹੈ ਜੀ, ਜਿਹਨੂੰ ਕਿ ਸਟ੍ਰੈਸ ਇਨਕੌਂਟੀਨੈਂਸ ਕਿਹਾ ਜਾਂਦਾ ਹੈ ਸਾਡੀ ਮੈਡੀਕਲ ਟਰਮੀਨੋਲੋਜੀ 'ਚ। ਸਪਿੰਚਰਸ ਉਹ ਹੋ ਜਾਂਦੇ ਨੇ, ਲੂਜ਼ ਹੋ ਜਾਂਦੇ ਨੇ। ਹਾਂਜੀ, ਜਿਹੜੀਆਂ ਉਹ ਮਾਸਪੇਸ਼ੀਆਂ ਨੇ ਜਿਹੜੀ ਪਿਸ਼ਾਬ ਨੂੰ ਰੋਕਣ 'ਚ ਸਹਾਇਕ ਹੁੰਦੀਆਂ ਨੇ, ਉਹ ਜਦੋਂ ਪ੍ਰੈਸ਼ਰ ਪੈਂਦਾ ਹੈ ਤੇ ਉਹ ਲੀਕ ਆਊਟ ਹੋ ਜਾਂਦਾ ਹੈ, ਚਾਹੇ ਉਹ ਖੰਘੇ 'ਤੇ ਹੋਵੇ ਚਾਹੇ ਨਿੱਛ ਮਾਰੇ 'ਤੇ ਹੋਵੇ। ਦੂਜੀ ਜਿਹੜੀ ਪ੍ਰੋਬਲਮ ਆਉਂਦੀ ਹੈ ਪਿੱਠ ਦਰਦ ਦੀ, ਇਹ ਦੋ ਚੀਜ਼ਾਂ ਬੜੀਆਂ ਕਾਮਨ ਨੇ ਜੀ। ਹੁਣ ਜਦੋਂ ਇਹ ਦੋ ਚੀਜ਼ਾਂ, ਪਹਿਲੇ ਇਸ ਚੀਜ਼ ਦਾ ਇਲਾਜ ਨਹੀਂ ਹੁੰਦਾ ਸੀਗਾ, ਹੁਣ ਸਾਇੰਸ ਬਹੁਤ, ਮੈਡੀਕਲ ਸਾਇੰਸ ਬਹੁਤ ਐਡਵਾਂਸ ਹੋ ਗਈ ਹੈ। ਇੱਕ ਨਵਾਂ ਕੀਤਾ ਜਿਹੜਾ ਕਿ ਫਿਜ਼ੀਓਥੈਰੇਪੀ ਹੈ, ਉਹ ਪੰਜਾਬ 'ਚ ਬੜਾ ਪ੍ਰਫੁੱਲਿਤ ਹੋ ਰਿਹਾ ਹੈ। ਬੜੇ ਨਵੇਂ ਫਿਜ਼ੀਓਥੈਰੇਪਿਸਟ ਆ ਰਹੇ ਨੇ ਸਾਡੇ ਕੋਲ, ਬੜੇ ਕਾਲਜਿਸ ਖੁੱਲ੍ਹ ਚੁੱਕੇ ਹਨ, ਯੂਨੀਵਰਸਿਟੀਜ਼ ਖੁੱਲ੍ਹ ਚੁੱਕੀਆਂ ਨੇ, ਜਿਹਦੇ ਵਿੱਚ ਇੱਕ ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ। ਸੋ ਇਹ ਜਿਹੜੀ ਪ੍ਰੋਬਲਮ ਹੈ, ਇਹਦੇ ਵਿੱਚ ਅਸੀਂ ਲੇਡੀਜ਼ ਨੂੰ ਕੁਝ ਐਕਸਰਸਾਈਜ਼ਸ ਦੱਸਦੇ ਹਾਂ ਪੋਸਟ ਡਿਲੀਵਰੀ, ਆਫਟਰ ਡਿਲੀਵਰੀ। ਐਕਚੁਅਲੀ ਹੁੰਦਾ ਕੀ ਹੈ ਜੀ, ਅਸੀਂ ਲੇਡੀ ਨੂੰ, ਤਰੀਕਾ ਤਾਂ ਇਹ ਹੈ ਕਿ ਡਿਊਰਿੰਗ ਪ੍ਰੈਗਨੈਂਸੀ ਅਤੇ ਆਫਟਰ ਪ੍ਰੈਗਨੈਂਸੀ ਅਸੀਂ ਲੇਡੀਜ਼ ਨੂੰ ਕੁਝ ਐਕਸਰਸਾਈਜ਼ ਸਿਖਾਉਂਦੇ ਹਾਂ। ਇੱਕ ਗੱਲ ਦੱਸੋ ਕਿ ਜਿਹੜੀ ਲੇਡੀਜ਼ ਪ੍ਰੈਗਨੈਂਟ ਨੇ, ਉਹਨੂੰ ਫਿਜ਼ੀਓਥੈਰੇਪੀ ਦਾ ਕਾਫੀ ਵੱਡਾ ਰੋਲ ਹੁੰਦਾ ਉਹਦੇ ਵਿੱਚ ਵੀ? ਬਹੁਤ ਵੱਡਾ ਰੋਲ ਹੁੰਦਾ ਹੈ ਉਹਦੇ ਵਿੱਚ। ਅਸੀਂ ਕਹਿੰਦੇ ਆ ਐਂਟੀਨੇਟਲ ਐਂਡ ਪੋਸਟਨੇਟਲ ਐਕਸਰਸਾਈਜ਼ਸ। ਐਂਟੀਨੇਟਲ ਐਕਸਰਸਾਈਜ਼ ਕੀ ਹੈ? ਡਿਊਰਿੰਗ ਪ੍ਰੈਗਨੈਂਸੀ ਅਸੀਂ ਮਦਰ ਨੂੰ ਕੁਝ ਇਹੋ ਜਿਹੀਆਂ ਐਕਸਰਸਾਈਜ਼ ਕਰਾਉਂਦੇ ਆ ਤਾਂ ਕਿ ਨਾਰਮਲ ਡਿਲੀਵਰੀ 'ਚ ਹੈਲਪ ਹੋ ਸਕੇ, ਤਾਂ ਕਿ ਉਹਨੂੰ ਆਫਟਰ ਡਿਲੀਵਰੀ ਜਿਹੜੀ ਕੰਪਲਿਕੇਸ਼ਨਸ ਆਉਂਦੀਆਂ ਜਿਹਦੀ ਕਿ ਮੈਂ ਗੱਲ ਕੀਤੀ ਹੈ ਉਹ ਨਾ ਹੋਵੇ। ਸੋ ਪ੍ਰੀਨੇਟਲ ਐਂਡ ਪੋਸਟਨੇਟਲ ਐਕਸਰਸਾਈਜ਼ ਸਿਖਾਈਆਂ ਜਾਂਦੀਆਂ ਨੇ। ਇਹ ਜਿਹੜਾ ਸਿਨੈਰੀਓ ਹੈ ਬਾਹਰਲੇ ਮੁਲਕ 'ਚ ਤਾਂ ਬੜਾ ਕਾਮਨ ਹੈ। ਹਾਈ ਕਲਾਸ ਜਿਹੜੀ ਹੈਗੀ ਆ ਬੰਬੇ ਜਾਂ ਦਿੱਲੀ ਮੈਟਰੋ ਸਿਟੀਜ਼ 'ਚ, ਜਿੰਨੇ ਬਾਲੀਵੁੱਡ ਸਟਾਰਸ ਨੇ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ, ਜਾਂ ਉਹ ਕੀ ਕਰਦੀਆਂ ਕਿ ਪ੍ਰੀਨੇਟਲ ਅਤੇ ਪੋਸਟਨੇਟਲ ਉਹ ਇਹ ਸੈਸ਼ਨਸ ਲੈਂਦੀਆਂ ਨੇ ਫਿਜ਼ੀਓਸ ਕੋਲੋਂ, ਤਾਂ ਕਿ ਬੈਕ ਪੇਨ ਜਾਂ ਸਟ੍ਰੈਸ ਇਨਕੌਂਟੀਨੈਂਸ, ਯੂਰੀਨਰੀ ਇਨਕੌਂਟੀਨੈਂਸ ਨਾ ਹੋਵੇ। ਨਾਲੇ ਸਟ੍ਰੈਚ ਮਾਰਕ ਨਾ ਪੈਣ ਐਬਡੋਮਨ 'ਤੇ। ਸਟ੍ਰੈਚ ਮਾਰਕ ਤਾਂ ਦੇਖੋ ਜੀ, ਉਹ ਮਸਲਸ ਖਿੱਚੀਆਂ ਗਈਆਂ ਨੇ, ਵਾਪਸ ਉਸ ਥਾਂ ਤੋਂ ਲੈ ਕੇ ਆਉਣਾ ਹੈ। ਉਹਦੇ ਵਾਸਤੇ ਕਾਸਮੈਟਿਕ ਸਰਜਰੀਜ਼ ਹੁੰਦੀਆਂ ਜਾਂ ਕਾਸਮੈਟਿਕ ਜਿਹੜੇ ਵੀ ਡਾਕਟਰਸ ਨੇ, ਉਹ ਉਹਨਾਂ ਦਾ ਰੋਲ ਆ ਜਾਂਦਾ ਹੈ। ਸਾਡਾ ਰੋਲ ਹੈ ਮਸਲਸ ਨੂੰ ਟੋਨ ਅਪ ਕਰਨਾ, ਤਾਂ ਕਿ ਤੁਹਾਡਾ ਬੈਕ ਪੇਨ ਨਾ ਹੋਵੇ, ਤੁਹਾਨੂੰ ਸਟ੍ਰੈਸ ਇਨਕੌਂਟੀਨੈਂਸ ਨਾ ਹੋਵੇ। ਇਹ ਚੀਜ਼ ਹੈ। ਇਹ ਚਲੋ ਮੰਨ ਲਿਆ ਤੁਹਾਡੀ ਗੱਲ, ਪੂਰੀ ਤਰ੍ਹਾਂ ਮੰਨ ਲਈ ਵੀ ਤੁਸੀਂ ਲੇਡੀਜ਼ ਨੂੰ ਤੁਸੀਂ ਕਹਿਤਾ ਵੀ ਇਹ ਤੁਹਾਡਾ ਇਹ ਨਹੀਂ ਹੈਗਾ, ਤੁਹਾਨੂੰ ਵਹਿਮ ਪੈ ਗਿਆ, ਤੁਹਾਡਾ ਦਰਦ ਦਾ ਕਾਰਨ ਇਹ ਹੈ। ਫਿਰ ਬੰਦੇ ਨੂੰ ਵੀ ਤਾਂ ਦਰਦ ਹੁੰਦਾ ਹੈ ਜਦੋਂ ਆਪਰੇਸ਼ਨ ਕਰਾ ਕੇ ਹਟਦਾ ਹੈ, ਉਸ ਤੋਂ ਬਾਅਦ ਉਹ ਸਾਰੀ ਜ਼ਿੰਦਗੀ ਹਾਏ ਪਿੱਠ, ਕਿਉਂਕਿ ਲੱਤਾਂ ਤਾਂ ਸਿੱਧੀਆਂ ਹੁੰਦੀਆਂ ਨਹੀਂ, ਇਹ ਜਦੋਂ ਪੈਂਦਾ ਸਿੱਧੀਆਂ ਲੱਤਾਂ ਕਰਕੇ ਪੈਂਦਾ ਤਾਂ ਉਹਦੇ ਪੇਨ ਉੱਥੇ ਉਸ ਤੋਂ ਬਾਅਦ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇੱਦਾਂ ਹੈ, ਰੀੜ੍ਹ ਦੀ ਹੱਡੀ ਆਪਣੀ ਪੂਰੀ ਬਾਡੀ ਦਾ ਇੱਕ ਕੋਰ ਹੈ। ਜੇ ਰੀੜ੍ਹ ਦੀ ਹੱਡੀ ਸਟਰੋਂਗ ਹੈ ਤਾਂ ਸਾਰਾ ਕੁਝ ਠੀਕ ਹੈ। ਰੀੜ੍ਹ ਦੀ ਹੱਡੀ ਵਿੱਚੋਂ ਕੁਝ ਨਰਵਸ ਨਿਕਲਦੀਆਂ ਨੇ, ਕੁਛ ਨਹੀਂ ਬਹੁਤ ਸਾਰੀਆਂ ਨਿਕਲਦੀਆਂ, ਹਰ ਮਣਕੇ ਚੋਂ ਨਿਕਲਦੀ। ਬਿਲਕੁਲ। ਦੇਖੋ, ਰੀੜ੍ਹ ਦੀ ਹੱਡੀ ਦਿਮਾਗ ਨਾਲ ਜੋੜਦੀ ਹੈ, ਤੇ ਰੀੜ੍ਹ ਦੀ ਹੱਡੀ ਵਿੱਚੋਂ ਇੱਕ ਮੇਨ ਕਾਰਡ ਹੈ, ਦੈਟ ਇਜ਼ ਸਪਾਈਨਲ ਕਾਰਡ। ਠੀਕ ਹੈ, ਉਹ ਦਿਮਾਗ ਨਾਲ ਜੁੜਦੀ ਹੈ, ਤੇ ਸਪਾਈਨਲ ਕਾਰਡ ਤੋਂ ਕੁਝ ਤਾਰਾਂ ਨਿਕਲਣਗੀਆਂ, ਜਿਵੇਂ ਬਿਜਲੀ ਦੀ ਤਾਰਾਂ ਹੁੰਦੀਆਂ ਨੇ, ਜਿਹਦਾ ਕੰਮ ਹੈ ਦਿਮਾਗ ਤੋਂ ਅੰਗੂਠੇ ਤੱਕ ਸੰਦੇਸ਼ਾ ਲੈ ਕੇ ਜਾਣਾ। ਮੰਨ ਲਓ ਮੈਨੂੰ ਕੋਈ ਚੀਜ਼ ਐ ਗਰਮ ਲੱਗੀ ਤੇ ਮੈਂ ਹੱਥ ਚੱਕ ਲਿਆ, ਉਹ ਸੰਦੇਸ਼ਾ ਉਂਗਲ ਤੋਂ ਦਿਮਾਗ ਵੱਲ ਗਿਆ ਕਿ ਇਹ ਗਰਮ ਹੈ, ਉਹ ਨਰਵਸ ਦਾ ਕੰਮ ਹੈ। ਤੇ ਦਿਮਾਗ ਨੇ ਨਾਲ ਦੀ ਨਾਲ ਸੰਦੇਸ਼ਾ ਦਿੱਤਾ ਸਪਾਈਨਲ ਲੈਵਲ ਤੇ ਕਿ ਇਹਨੂੰ ਫਟਾਫਟ ਪਿੱਛੇ ਕੀਤਾ ਜਾਵੇ ਕਿ ਹੱਥ ਸੜ ਨਾ ਜਾਵੇ। ਸੋ ਇਹ ਜਿਹੜਾ ਹੈਗਾ, ਇਹ ਸਾਰਾ ਕੁਝ ਸਪਾਈਨਲ ਲੈਵਲ ਤੇ ਹੋ ਰਿਹਾ ਜਾਂ ਬ੍ਰੇਨ ਲੈਵਲ ਤੇ ਹੋ ਰਿਹਾ। ਠੀਕ ਹੈ ਜੀ। ਹੁਣ ਜੇ ਰੀੜ੍ਹ ਦੀ ਹੱਡੀ ਨੂੰ ਸੱਟ ਵੱਜਦੀ ਹੈ ਤਾਂ ਤੁਹਾਡੀਆਂ ਦੋਨੋਂ ਲੱਤਾਂ ਵੀ ਖੜ ਸਕਦੀਆਂ, ਤੁਹਾਡੀ ਇੱਕ ਲੱਤ ਵੀ ਖੜ ਸਕਦੀ ਹੈ। ਠੀਕ ਹੈ, ਡਿਪੈਂਡ ਕਰਦਾ ਕਿ ਕਿਸ ਲੈਵਲ ਤੇ ਹੈ। ਜੇ ਚੌਥੇ ਮਣਕੇ ਤੋਂ ਉੱਤੇ ਰੀੜ੍ਹ ਦੀ ਹੱਡੀ ਨੂੰ ਸੱਟ ਲੱਗ ਜੇ ਤਾਂ ਬੰਦੇ ਦੀ ਜਾਨ ਜਾ ਸਕਦੀ ਹੈ। ਠੀਕ ਹੈ, ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਕਦੀ ਵੀ ਇੱਕ ਬੜਾ ਪਿੱਛੇ ਜੇ ਲੋਕੀ ਕੀ ਕਰਦੇ ਸੀਗੇ ਕਿ ਮਣਕੇ ਕੜਕ ਕੜਵਾਉਂਦੇ ਸੀਗੇ ਨਾਈਆਂ ਤੋਂ, ਤੇ ਉਹ ਬੜਾ ਖਤਰਨਾਕ ਹੈ। ਇਹਨੂੰ ਕਾਇਰੋਪ੍ਰੈਕਟਿਕ ਨਹੀਂ ਕਵਾਂਗੇ, ਉਹ ਬਸ ਉਹਨਾਂ ਨੇ ਮਟਕਾਉਣੇ ਨੇ, ਲੋਕਾਂ ਨੂੰ ਆਦਤ ਹੈ ਕਿ ਮਟਕਾ ਦੇ ਯਾਰ। ਠੀਕ ਹੈ, ਸੋ ਉਸ ਕੇਸ ਵਿੱਚ ਜਿਹੜਾ ਇਹ ਮਟਕਾਉਣਾ ਹੈ ਉਹ ਰਿਸਕੀ ਹੋ ਸਕਦਾ ਹੈ ਕਿ ਜੇ ਚੌਥੇ ਲੈਵਲ ਤੋਂ ਉੱਤੇ ਸੱਟ ਵੱਜੇ ਤਾਂ ਬੰਦੇ ਦੀ ਜਾਨ ਵੀ ਜਾ ਸਕਦੀ ਹੈ। ਇਹ ਚੀਜ਼ ਹੈ।
ਅੱਛਾ, ਥੋੜ੍ਹਾ ਜਿਹਾ ਹੁਣ ਦਰਸ਼ਕਾਂ ਨੂੰ ਰੀੜ੍ਹ ਦੀ ਹੱਡੀ ਦੀ ਗੱਲ ਛੇੜੀ ਪਈ ਹੈ, ਤਾਂ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਰੀੜ੍ਹ ਦੀ ਹੱਡੀ ਦੀ ਬਣਤਰ ਥੋੜ੍ਹੀ ਜਿਹੀ ਤਾਂ ਤੁਸੀਂ ਦੱਸਤੀ ਵੀ ਸਪਾਈਨਲ ਕਾਰਡ ਜਾਂਦੀ ਹੈ, 32 ਮਣਕੇ ਹੁੰਦੇ ਨੇ ਟੋਟਲ 33 ਮਣਕੇ ਹੁੰਦੇ 33 ਮਣਕਿਆਂ ਦੇ ਹਰ ਮਣਕੇ ਦੇ ਵਿੱਚੋਂ ਜਿਹੜੀ ਆ ਉਹ ਨਰਵਸ ਨਿਕਲ ਰਹੀਆਂ ਨੇ ਹਰ ਮਣਕੇ। ਥੋੜ੍ਹਾ ਜਿਹਾ ਬਣਤਰ ਵੀ ਦੱਸ ਦੋਗੇ ਕਿੱਦਾਂ? ਦੇਖੋ ਜੀ 7 ਆਪਣੇ ਸਰਵਾਈਕਲ ਦੇ ਮਣਕੇ ਨੇ, ਫਿਰ 12 ਥੋਰੈਸਿਕ ਹੈ, ਫਿਰ ਇੱਦਾਂ ਹੀ ਲੰਬਰ ਹੈ, ਤੇ ਫਿਰ ਸੈਕਰਲ ਹੈ ਜਿਹਨੂੰ ਆਪਾਂ ਕਈ ਵਾਰ ਐਂਡ 'ਚ ਕਹਿ ਦਿੰਦੇ ਹਾਂ ਕਿ ਟੇਲ ਬੋਨ ਦੀ ਪ੍ਰੋਬਲਮ ਹੈ। ਠੀਕ ਹੈ, ਕਿ ਆਪਣੇ ਬਿਲਕੁਲ ਥੱਲੇ ਬੈਠੇ 'ਤੇ ਦਰਦ ਹੁੰਦਾ ਹੈ। ਸੋ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹ ਸਰਵਾਈਕਲ ਅਤੇ ਲੰਬਰ ਲੈਵਲ 'ਤੇ ਆਉਂਦੀ ਹੈ। ਕਦੀ ਕਦਾਈ ਥੋਰੈਸਿਕ ਲੈਵਲ 'ਤੇ ਵੀ ਪ੍ਰੋਬਲਮ ਆਉਂਦੀ ਹੈ ਜਿਹਨੂੰ TB ਸਪਾਈਨ ਹੋ ਜੇ, ਜਿਹੜੀ ਕਿ ਛਾਤੀ, ਠੀਕ ਹੈ, ਜਿਹੜਾ 11ਵਾਂ ਜਾਂ 12ਵਾਂ ਮਣਕਾ ਹੈ ਉਹ ਕਈ ਵਾਰੀ ਫ੍ਰੈਕਚਰ ਹੋ ਜਾਂਦਾ ਹੈ, ਕੋਲੈਪਸ ਕਰ ਜਾਂਦਾ ਹੈ। ਉਹ TB ਸਪਾਈਨ ਕਰਕੇ ਉਹ ਕੋਲੈਪਸ ਕਰ ਜਾਂਦਾ ਹੈ। ਜ਼ਿਆਦਾ ਪ੍ਰੋਬਲਮ ਜਿਹੜੀ ਆ ਰਹੀ ਹੈ ਸਰਵਾਈਕਲ ਅਤੇ ਲੰਬਰ 'ਤੇ ਇਸ ਲਈ ਆ ਰਹੀ ਹੈ ਕਿਉਂਕਿ ਪੂਰੀ ਰੀੜ੍ਹ ਦੀ ਹੱਡੀ 'ਚ ਜਿਹੜਾ ਸਭ ਤੋਂ ਜ਼ਿਆਦਾ ਮੋਬਾਈਲ ਸਟਰਕਚਰ ਹੈ ਉਹ ਜਾਂ ਤਾਂ ਗਰਦਨ ਹੈ ਅਤੇ ਜਾਂ ਪਿੱਠ ਹੈ। ਜਾਂ ਤਾਂ ਤੁਸੀਂ ਗਰਦਨ ਸੱਜੇ ਖੱਬੇ ਉੱਪਰ ਥੱਲੇ ਘੁਮਾ ਰਹੇ ਹੋ, ਅਤੇ ਜਾਂ ਥੱਲੋਂ ਕੁਝ ਚੱਕਣ ਵਾਸਤੇ, ਧੱਕਾ ਦੇਣ ਵਾਸਤੇ, ਭਾਰ ਚੱਕਣ ਵਾਸਤੇ ਤੁਹਾਨੂੰ ਰੀੜ੍ਹ ਦੀ ਹੱਡੀ 'ਚ ਜਿਹੜਾ ਪਿੱਠ ਵਾਲਾ ਹਿੱਸਾ ਹੈ ਉਹ ਜ਼ਿਆਦਾ ਬੋਝ ਚੱਕ ਰਿਹਾ। ਸੋ ਇਹ ਦੋ ਜਿਹੜੇ ਮੇਨ ਹਿੱਸੇ ਨੇ ਜਿਹੜੇ ਡੈਮੇਜ ਹੁੰਦੇ ਨੇ, ਇੰਜਰਡ ਹੁੰਦੇ ਨੇ। ਅੱਛਾ, ਤੇ ਇਹ ਡਿਸਕ ਵਾਲਾ ਕੀ ਚੱਕਰ ਹੈ? ਅਗਲਾ ਕਹਿੰਦਾ ਵੀ ਇਹ ਮੇਰੀ ਜੀ ਡਿਸਕ ਹਿੱਲ ਗਈ। ਗੱਲਾਂ ਤਾਂ ਆਪਾਂ ਕਰ ਰਹੇ ਹਾਂ ਵੀ 33 ਮਣਕਿਆਂ ਦੀਆਂ, ਉਹਦੇ ਵਿੱਚੋਂ ਨਰਵਸ ਨਿਕਲ ਰਹੀਆਂ ਨੇ, ਵੀ ਇਹ ਡਿਸਕ ਕਿੱਥੋਂ ਆ ਗਈ ਇਹਦੇ ਵਿੱਚ? ਦੇਖੋ ਜੀ 2 ਮਣਕਿਆਂ ਦੇ ਵਿਚਕਾਰ ਇੱਥੇ ਇੱਕ ਸੌਫਟ ਜਿਹਾ ਸਟਰਕਚਰ ਹੈ ਜਿਹੜਾ ਸ਼ੌਕਰ ਦਾ ਕੰਮ ਕਰਦਾ ਹੈ, ਉਹਨੂੰ ਡਿਸਕ ਕਿਹਾ ਜਾਂਦਾ ਹੈ। ਮਤਲਬ ਆਪਾਂ ਹੁੰਦਾ ਉਹ ਮਾਸ ਦਾ ਹੀ ਹੁੰਦਾ ਜਾਂ ਫਿਰ ਉਹਦੇ ਮਾਸਪੇਸ਼ੀ ਹੁੰਦੀ ਹੈ, ਹੱਡੀ ਹੁੰਦੀ ਹੈ, ਕੀ ਹੁੰਦਾ? ਉਹਨੂੰ ਮੈਂ ਇੱਕ ਜੈਲ ਲਾਈਕ ਸਟਰਕਚਰ ਕਹੂੰਗਾ ਜਿਹੜਾ ਕਿ ਸ਼ੌਕਰ ਦਾ ਕੰਮ ਕਰਦਾ ਹੈ 2 ਮਣਕਿਆਂ ਦੇ ਵਿਚਕਾਰ। ਠੀਕ ਹੈ, ਸੋ ਇਹ ਇੱਕ ਯੂਨਿਟ ਹੈ 2 ਮਣਕੇ ਤੇ ਵਿੱਚ ਇੱਕ ਡਿਸਕ ਜਿਹਨੂੰ ਕਿ ਜੈਲ ਲਾਈਕ ਸਟਰਕਚਰ ਮੈਂ ਕਹਿ ਰਿਹਾ। ਹੁਣ ਜਦੋਂ ਬੰਦਾ ਭਾਰ ਚੱਕਦਾ ਤਾਂ ਜਿਹੜੇ ਤੁਸੀਂ 버ਗਰ ਦੇਖਿਆ ਹੋਊਗਾ, 버ਗਰ ਦੇ ਵਿੱਚ ਆਲੂ ਟਿੱਕੀ ਹੈ ਨਾ, ਉਹ ਡਿਸਕ ਸਮਝ ਲਓ। ਅਤੇ ਜਦੋਂ ਆਪਾਂ 버ਗਰ ਨੂੰ ਇਹ ਚੱਕ ਮਾਰਦੇ ਹਾਂ ਤਾਂ ਜਿਹੜੀ ਟਿੱਕੀ ਹੈ ਉਹ ਬਾਹਰ ਨੂੰ ਜਾਂਦੀ ਹੈ। ਸੋ ਜਦੋਂ ਆਪਾਂ ਇਹ ਅੱਗੇ ਝੁਕਦੇ ਹਾਂ ਤਾਂ ਜਿਹੜੀ ਉਹ ਟਿੱਕੀ ਹੈ, ਡਿਸਕ ਹੈ, ਉਹ ਬਾਹਰ ਨੂੰ ਆਉਂਦੀ ਹੈ। ਉਹ ਕਈ ਵਾਰ ਇੰਨੀ ਬਾਹਰ ਨੂੰ ਆ ਜਾਂਦੀ ਹੈ, ਇੰਨਾ ਪ੍ਰੈਸ਼ਰ ਪੈਂਦਾ ਉਹਦੇ 'ਤੇ ਕਿ ਉਹ ਤੁਹਾਡੀ ਨਸ ਨੂੰ ਦੱਬਦੀ ਹੈ। ਅਤੇ ਜਦੋਂ ਨਸ ਨੂੰ ਦੱਬਦੀ ਹੈ ਅਤੇ ਉਹ ਨਸ ਫਿਰ ਜਿੱਥੇ ਜਾ ਰਹੀ ਹੁੰਦੀ ਹੈ ਉੱਥੇ ਤੱਕ ਦਰਦ ਹੁੰਦਾ। ਠੀਕ ਹੈ, ਜਿਹਨੂੰ ਕਿ ਆਪਾਂ ਸ਼ਿਆਟਿਕਾ ਵੀ ਕਹਿ ਦਿੰਦੇ ਹਾਂ। ਕਈ ਵਾਰੀ ਆਪਾਂ ਕਹਿੰਦੇ ਨੇ ਕਿ ਇਹਨੂੰ ਸ਼ਿਆਟਿਕਾ ਹੋ ਗਿਆ। ਸੋ ਸ਼ਿਆਟਿਕਾ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਡਿਸਕ ਨੇ ਉਹ ਨਸ ਨੂੰ ਦੱਬਤਾ ਜਿਹੜੀ ਲੱਤ 'ਚ ਜਾ ਰਹੀ ਸੀ। ਹੁਣ ਹੁੰਦਾ ਕੀ ਹੈ, ਇਹ ਕਿਉਂ ਹੁੰਦਾ? ਇੱਕ ਕਾਰਨ ਇਹ ਹੈ ਕਿ ਆਪਣੀ ਜਦੋਂ ਮਸਲਸ ਵੀਕ ਹੁੰਦੀਆਂ ਵਿਦ ਏਜ, ਆਪਾਂ ਕੁਝ ਜਦੋਂ ਭਾਰਾ ਚੱਕਦੇ ਹਾਂ ਤਾਂ ਉਹ ਡਿਸਕ ਬਾਹਰ ਆ ਜਾਂਦੀ ਹੈ। ਦੂਜਾ ਕਾਰਨ ਇਹ ਹੈ ਕਈ ਵਾਰ ਜਿਮ 'ਚ ਨਾ ਮੁੰਡੇ ਸ਼ਰਤਾਂ ਲਾ ਕੇ ਭਾਰ ਚੱਕਦੇ ਨੇ, ਡੈੱਡ ਲਿਫਟ, ਮੈਂ ਇੰਨਾ ਕੁਇੰਟਲ ਚੱਕ ਲਿਆ, ਮੈਂ ਇੰਨਾ ਕਰ ਲਿਆ, ਮੈਂ ਇੰਨਾ ਕਰ ਲਿਆ। ਉਹ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ। ਠੀਕ ਹੈ, ਤੀਜਾ ਕਾਰਨ ਕਈ ਵਾਰ ਆਪਣੀ ਬਾਡੀ ਵਾਰਮ ਅਪ ਨਹੀਂ ਹੋਈ ਹੁੰਦੀ। ਅਤੇ ਅੱਜ ਕੱਲ੍ਹ ਹੁਣ ਦੀਵਾਲੀ ਨੇੜੇ ਹੈ ਅਤੇ ਕਈ ਲੇਡੀਜ਼ ਨੂੰ ਹੈ ਨਾ ਉਹ ਸਫਾਈ ਦਾ ਭੂਤ ਚੜ੍ਹਦਾ। ਉਹ ਆਪਾਂ ਕਦੀ ਹਲੇ ਡੇਲੀ ਰੂਟੀਨ 'ਚ ਇੰਨੀ ਕਰਦੇ ਨਹੀਂ, ਪਰ ਉਹ ਦੀਵਾਲੀ ਦੇ ਨੇੜੇ ਤੇੜੇ ਆਪਾਂ ਸੋਫੇ ਵੀ ਚੱਕਣੇ, ਆਪਾਂ ਬੈੱਡ ਵੀ ਖਸਕਾਉਣਾ, ਆਪਾਂ ਕੋਨਾ ਸਾਫ਼ ਕਰਨਾ। ਉਹ ਜਦੋਂ ਭਾਰ ਚੱਕਦੇ ਆ ਜਾਂ ਧੱਕਾ ਦਿੰਦੇ ਨੇ, ਉਦੋਂ ਫਿਰ ਇਹ ਜਿਹੜੀ ਡਿਸਕ ਦੀ ਪ੍ਰੋਬਲਮ ਹੈ, ਉਦੋਂ ਫਿਰ ਲੋਕਾਂ ਦੇ ਦਰਦ ਮੁੜ ਜਾਗਰੂਕ ਹੋ ਜਾਂਦੇ ਨੇ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਇਹ ਦੱਸੋ ਕਿ ਗੋਡਿਆਂ ਦੇ ਬਾਰੇ ਤਾਂ ਅਕਸਰ ਕਿਹਾ ਜਾਂਦਾ ਵੀ ਭਾਈ ਕਾਕਾ ਭਾਰ ਬਹੁਤ ਜ਼ਿਆਦਾ ਹੋ ਗਿਆ, ਭਾਰ ਘਟਾ ਲੈ ਅਤੇ ਗੋਡੇ ਜਿਹੜੇ ਨਹੀਂ ਤਾਂ ਸਪੇਸ ਘਟ ਜਾਏਗੀ, ਅਤੇ ਸਪੇਸ ਘਟੇਗੀ ਤਾਂ ਉਹ ਰਗੜ ਖਾਣਗੇ ਅਤੇ ਦਰਦ ਹੋਣਗੇ ਅਤੇ ਗੋਡੇ ਖਰਾਬ ਹੋ ਜਾਣਗੇ। ਕੋਈ ਡਿਸਕ ਦੇ ਮਾਮਲੇ 'ਚ ਵੀ ਇੱਦਾਂ ਹੁੰਦਾ ਵੀ ਭਾਰ ਵੱਧ ਜਾਏਗਾ ਅਤੇ ਉਹ ਸਪੇਸ ਘਟੇਗੀ ਅਤੇ ਉਹ ਰਗੜ ਖਾ ਕੇ ਖਰਾਬ ਹੋਣਗੇ? ਡਿਸਕ ਦੇ ਮਾਮਲੇ 'ਚ ਨਾ ਜੀ ਮੈਂ ਇਹ ਕਹੂੰਗਾ ਕਿ ਰੀੜ੍ਹ ਦੀ ਹੱਡੀ 'ਚ ਨਾ ਜਿਹੜਾ ਉਹ ਜੈਲ ਲਾਈਕ ਸਟਰਕਚਰ ਹੈ ਉਹ ਡੀਹਾਈਡਰੇਟ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਪਾਣੀ ਦਾ ਕੰਟੈਂਟ ਘਟਣਾ ਸ਼ੁਰੂ ਹੋ ਜਾਂਦਾ। ਨਿਊਟ੍ਰੀਸ਼ਨ ਵਾਟਰ ਨਹੀਂ, ਜਿਹੜਾ ਵੀ ਨੈਚੁਰਲ ਵਾਟਰ ਆ ਉਹਦੇ 'ਚ, ਜਿਹੜਾ ਉਹਦੀ ਆਪਣਾ ਜਿਹੜਾ 33% ਹਿੱਸਾ ਪਾਣੀ ਹੈ। ਅਤੇ ਸੋ ਉਹ ਜਿਹੜਾ ਜਦੋਂ ਉਹ ਘਟਣਾ ਸ਼ੁਰੂ ਹੋ ਜਾਂਦਾ ਅਤੇ ਉਹਦੇ ਵਿੱਚ ਆਪਾਂ ਕੀ ਕਰਾਂਗੇ ਕਿ ਉਹ ਜਿਹੜਾ ਡਿਸਕ ਹੈ, ਠੀਕ ਹੈ, ਉਹ ਡੀਹਾਈਡਰੇਟ ਹੋ ਗਿਆ, ਉਹਦੀ ਹਾਈਟ ਘਟ ਗਈ, ਹਾਈਟ ਹੋ ਗਈ ਤਾਂ ਜਿਵੇਂ ਬੰਦਾ ਬਜ਼ੁਰਗ ਹੁੰਦਾ ਨਾ, ਥੋੜ੍ਹਾ ਜਿਹਾ ਕੁੱਬਾ ਅਤੇ ਛੋਟਾ ਹੋ ਜਾਂਦਾ। ਬਸ ਇਹ ਚੀਜ਼ ਹੁੰਦੀ ਹੈ। ਯਾਨੀ ਫਿਰ ਬੰਦੇ ਨੂੰ ਦੱਬ ਕੇ ਪਾਣੀ ਪੀਣਾ ਚਾਹੀਦਾ, ਨਿਊਟ੍ਰੀਸ਼ਨ ਵਾਟਰ ਜਿਹੜਾ ਬੋਡੀ ਦੇ ਅੰਦਰ ਲੈਣਾ ਚਾਹੀਦਾ, ਉਹਦੇ ਨਾਲ ਤਾਂ ਜਿਹੜਾ ਪ੍ਰੋਬਲਮ ਨਾ ਆਵੇ। ਨਹੀਂ ਕੁਲਵੰਤ ਜੀ, ਇੱਦਾਂ ਕੁਛ ਨਹੀਂ ਹੈ। ਪਾਣੀ ਨਾਲ ਡਾਇਰੈਕਟ ਕੰਟੈਕਟ ਨਹੀਂ ਹੈ ਇਹ ਨਾ ਕੁਛ। ਸਰੀਰ ਦੇਖੋ, ਬੰਦਾ ਅਮਰ ਨਹੀਂ ਹੈ, ਬੰਦੇ 'ਚ ਚੇਂਜਿਸ ਆਉਣੀਆਂ ਹੀ ਆਉਣੀਆਂ ਨੇ, ਵਾਲ ਚਿੱਟੇ ਹੋਣੇ ਹੀ ਹੋਣੇ ਨੇ, ਐਨਕ ਨੇੜੇ ਦਾ ਚਸ਼ਮਾ ਲੱਗਣਾ ਹੀ ਲੱਗਣਾ। ਕਿਉਂ ਲੱਗਣਾ?
ਉਹਦਾ ਕਾਰਨ ਇਹ ਹੈ ਕਿ ਜਿਹੜੀ ਆਪਣੀ ਆਈਬॉल ਆ ਉਹ ਸ਼ਰਿੰਕ ਕਰ ਜਾਂਦੀ ਹੈ। 40-45 ਤੋਂ ਬਾਅਦ ਨਾ ਬੰਦਾ ਐਂ ਕਰਕੇ ਪੜਦਾ ਫਿਰ। ਮੈਂ ਫੌਜਾ ਸਿੰਘ ਵਰਗਿਆਂ ਨੂੰ ਜਿਹੜਾ ਉਹ 100 ਸਾਲ ਤੋਂ ਉੱਪਰ ਦੌੜਦਿਆਂ ਦੇਖਿਆ, ਮਾਨ ਕੌਰ ਬੀਬੀ ਹੋਰਾਂ ਨੂੰ 100 ਸਾਲ ਤੋਂ ਉੱਪਰ ਦੌੜਦਿਆਂ ਵੇਖਿਆ, ਉਹ ਵੀ ਤਾਂ ਇਨਸਾਨ ਹੀ ਨੇ ਨਾ। ਤੇ ਜੇ ਆਪਣੇ ਵਰਗੇ ਜਿਹੜੇ ਇੱਥੋਂ ਤੁਰਿਆ ਨਹੀਂ ਜਾਂਦਾ ਕਿਸੇ ਤੋਂ। ਬਿਲਕੁਲ ਉਹ ਇਨਸਾਨ ਹੀ ਨੇ, ਪਰ ਉਹਨਾਂ ਨੇ ਆਪਣਾ ਲਾਈਫ ਸਟਾਈਲ ਡਿਸਪਲਿਨ 'ਚ ਰੱਖਿਆ ਹੋਇਆ। ਇਹੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਹਾਂ। ਸੋ ਉਹ ਜਿਹੜਾ ਲਾਈਫ ਸਟਾਈਲ ਹੈ ਉਹਦੇ 'ਚ ਇਕੱਲਾ ਪਾਣੀ ਨਹੀਂ, ਉਹਦੇ 'ਚ ਡਾਈਟ, ਉਹਦੇ 'ਚ ਐਕਸਰਸਾਈਜ਼, ਉਹਦੇ 'ਚ ਤੁਹਾਡੀ ਆਦਤਾਂ ਉੱਠਣ ਦੀਆਂ, ਬੈਠਣ ਦੀਆਂ, ਤੁਹਾਡਾ ਪੋਸਚਰ, ਬਹੁਤ ਕੁਛ ਹੈ ਜਿਹੜਾ ਉਹ ਕੰਮ ਕਰਦਾ। ਅਤੇ ਹੁਣ ਦਾ ਜਿਹੜਾ ਯੁੱਗ ਹੈ ਬੜਾ ਤੇਜ਼ ਤਰਾਰ ਲਗਜ਼ਰੀਅਸ ਯੁੱਗ ਹੈ। ਹਰ ਕੋਈ ਇੱਕ ਬਟਨ 'ਤੇ ਸਾਰਾ ਕੁਛ ਭਾਲਦਾ। ਉਹ ਵੀ ਨਹੀਂ ਭਾਲਦਾ, ਬੈਠਾ ਰਿਮੋਟ ਚੀਜ਼ ਸਮਝਦਾ ਵੀ ਕਮਰੇ ਦੇ ਪੱਖੇ ਵੀ ਰਿਮੋਟ ਨਾਲ ਹੀ ਚੱਲ ਜਾਣ। ਸੋ ਇਹ ਜਿਹੜਾ ਲਾਈਫ ਸਟਾਈਲ ਹੈ ਇਹਨੇ ਡੁਬੋ ਲਿਆ ਜੀ ਆਪਾਂ ਨੂੰ। ਆਪਾਂ ਜਿੰਨਾ ਨੇਚਰ ਤੋਂ ਦੂਰ ਜਾ ਰਹੇ ਹਾਂ, ਆਪਾਂ ਔਖਿਆਈ ਚੱਲ ਰਹੇ ਹਾਂ ਜੀ। ਤੁਸੀਂ ਪੋਸਚਰ ਦੀ ਗੱਲ ਕੀਤੀ ਹੈ, ਹੁਣ ਆਪਾਂ ਪੋਸਚਰ ਤੋਂ ਸ਼ੁਰੂ ਹੋਈਏ। ਤੁਸੀਂ ਸਰਵਾਈਕਲ ਦੀ ਗੱਲ ਕੀਤੀ ਹੈ, ਤੁਸੀਂ ਲੰਬਰ ਦੀ ਗੱਲ ਕੀਤੀ ਹੈ, ਤੁਸੀਂ ਟੇਲ ਬੋਨ ਦੀ ਗੱਲ ਕੀਤੀ ਹੈ। ਹੁਣ ਥੋੜ੍ਹਾ ਪੋਸਚਰ ਵਾਲੇ ਪਾਸੇ ਵੀ ਆ ਜਾਈਏ ਵੀ ਪੋਸਚਰ ਕਿੱਥੇ ਕਿੱਥੇ ਸਿਆਪਾ ਪਾ ਰਿਹਾ, ਕਿਉਂਕਿ ਮੋਬਾਈਲ ਦੇ ਵਿੱਚ ਝਾਕੀ ਜਾਂਦੇ ਆ, ਕੰਪਿਊਟਰ 'ਚ ਦੇਖੀ ਜਾਂਦੇ ਆ। ਅਤੇ ਸਭ ਤੋਂ ਪਹਿਲਾਂ ਤਾਂ ਸਰਵਾਈਕਲ 'ਚ ਆ ਜਾਈਏ, ਥੋੜ੍ਹਾ ਜਿਹਾ ਉੱਧਰ ਵੀ ਗਿਆਨ ਦੇ ਦਿਓ। ਸਰਵਾਈਕਲ 'ਚ ਇੱਦਾਂ ਹੈ ਜੀ, ਆਪਾਂ ਜਿਹੜਾ ਫੋਨ ਹੈ ਨਾ, ਉਹ ਫੋਨ ਆਪਾਂ ਜੇ ਐਂ ਦੇਖਾਂਗੇ ਤਾਂ ਆਪਣੀ ਗਰਦਨ 'ਤੇ ਜ਼ੋਰ ਸਭ ਨੂੰ ਜ਼ਿਆਦਾ ਪਊਗਾ। ਥੋੜ੍ਹਾ ਜਿਹਾ ਸੌਖਾ ਕਰਕੇ ਸਮਝਾਓ ਵੀ ਜਦੋਂ ਐਂ ਕੀਤਾ ਤੇ ਇਹੋ ਜਿਹਾ ਕੀ ਹੋਇਆ ਬੋਡੀ ਦੇ ਵਿੱਚ ਜਿਹੜਾ ਕਿ ਉਹਦੇ 'ਚ ਪ੍ਰੋਬਲਮ ਆਈ, ਇਹੋ ਜਿਹਾ ਕੀ ਹੋਇਆ? ਦੇਖੋ ਜੀ, ਜੇ ਆਪਾਂ ਫੋਨ ਐਂ ਕਰਕੇ ਦੇਖਦੇ ਹਾਂ ਤਾਂ ਆਪਣੇ ਸਿਰ ਦਾ ਜਿਹੜਾ ਭਾਰ ਹੈ ਉਹ 7 ਮਣਕਿਆਂ 'ਤੇ ਇਕੁਅਲੀ ਡਿਸਟਰੀਬਿਊਟ ਹੋ ਗਿਆ। ਯਾਨੀ ਕਿ ਸਰਵਾਈਕਲ ਦੇ 7 ਮਣਕੇ ਨੇ, ਉਹਦੇ 'ਚ ਇਕੁਅਲੀ ਡਿਸਟਰੀਬਿਊਟ ਹੋ ਗਿਆ, ਬਰਾਬਰ ਆ ਗਿਆ। ਜਦੋਂ ਬਿਲਕੁਲ ਐਂ ਕਰ ਰਹੇ ਆ ਤਾਂ ਪਹਿਲੇ 3 ਮਣਕਿਆਂ 'ਤੇ ਜ਼ਿਆਦਾ ਸਟ੍ਰੈਸ ਪੈ ਰਿਹਾ। ਯਾਨੀ 3 ਮਣਕਿਆਂ ਨੇ ਸਾਰਾ ਗਰਦਨ ਦਾ ਭਾਰ ਚੁੱਕ ਲਿਆ। ਹਾਂ, ਇਹੀ ਕਹਿਣਾ ਚਾਹਾਂਗੇ, 3 ਮਣਕਿਆਂ ਨੇ ਸਾਰੇ ਗਰਦਨ ਦਾ ਭਾਰ ਚੁੱਕ ਲਿਆ। ਉਹਦੇ ਨਾਲ ਰਗੜ ਜ਼ਿਆਦਾ ਖਾ ਰਹੇ ਆ, ਵੀਰ ਐਂਡ ਟੀਅਰ ਜ਼ਿਆਦਾ ਹੋ ਰਹੀ ਹੈ। ਹੁਣ ਇੱਕ ਟੇਬਲ ਚੱਕਣਾ ਹੋਵੇ, ਕਿੱਥੇ ਇੱਕ ਬੰਦਾ ਚੱਕ ਰਿਹਾ ਤੇ ਕਿੱਥੇ 4 ਬੰਦੇ ਕੋਨੇ 'ਤੇ ਖੜ ਗਏ ਤੇ ਉਹਨਾਂ ਨੇ ਚੱਕਿਆ। ਸੋ ਉਹ ਸੌਖਾ ਹੈ, ਤੇ ਇੱਕ ਬੰਦਾ ਚੱਕ ਰਿਹਾ ਉਹ ਔਖਾ ਹੈ। ਠੀਕ ਹੈ ਨਾ ਜੀ। ਸੋ ਇਹਦੇ 'ਚ ਨਾ ਸਿੰਪਲ ਹੀ ਗੱਲ ਇਹ ਹੈ ਕਿ ਗਰਦਨ 'ਚ ਐਦਾਂ ਤੇ ਕੁਰਸੀ 'ਤੇ ਆਪਾਂ ਕਈ ਵਾਰ ਬੈਠੇ ਤਿਲਕੀ ਜਾਂਦੇ ਆ ਥੱਲੇ, ਇਹ ਗਲਤ ਪੋਸਚਰ ਹੈ। ਗਲਤ ਇਸ ਲਈ ਹੈ, ਜਦੋਂ ਬੰਦਾ ਥੱਕਦਾ ਹੈ ਉਦੋਂ ਮਾਸਪੇਸ਼ੀਆਂ ਜਵਾਬ ਦੇਣੇ ਸ਼ੁਰੂ ਕਰਦੀਆਂ ਨੇ ਤੇ ਸਟ੍ਰੈਸ ਲਿਗਾਮੈਂਟਸ 'ਤੇ ਆਉਣਾ ਸ਼ੁਰੂ ਹੋ ਜਾਂਦਾ। ਲਿਗਾਮੈਂਟ ਇੱਕ ਇਹੋ ਜਿਹੀ ਚੀਜ਼ ਹੈ, ਜੇ ਢਿੱਲੀ ਪੈ ਗਈ ਤਾਂ ਤੁਹਾਡੀ ਜੁਆਇੰਟ ਸਟੇਬਿਲਿਟੀ 'ਤੇ ਅਸਰ ਪਾਉਂਦੀ ਹੈ, ਅਤੇ ਇੱਕ ਵਾਰ ਜੁਆਇੰਟ ਸਟੇਬਿਲਿਟੀ ਹਿੱਲ ਗਈ ਅਤੇ ਫਿਰ ਤੁਹਾਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਮੈਂ ਕਹਿੰਦਾ ਕਿ ਮਸਲਸ ਨੂੰ ਸਟਰੋਂਗ ਰੱਖੋ, ਮਸਲ ਸਟਰੋਂਗ ਰਹਿਣਗੀਆਂ ਐਕਸਰਸਾਈਜ਼ ਨਾਲ, ਅਤੇ ਪੋਸਚਰ ਤੁਹਾਨੂੰ ਉਹ ਹੈਲਪ ਕਰੇਗਾ ਸਹੀ ਉਹਦੀ ਮਤਲਬ ਵੀਅਰ ਐਂਡ ਟੀਅਰ ਨੂੰ ਰੋਕਣ ਨੂੰ। ਇੱਕ ਚੀਜ਼ ਦੱਸੋ, ਸਰਵਾਈਕਲ ਜਿਹੜਾ ਉਹ ਵੀ ਮੈਨੂੰ ਲੱਗਦਾ ਕਈ ਤਰ੍ਹਾਂ ਦੇ ਹੋ ਗਏ। ਹੁਣ ਕਿਸੇ ਦੀ ਤਾਂ ਇੱਕ ਜਿਹੜੀ ਗਰਦਨ ਦੇ ਨਾਲ ਮੋਢੇ ਦੁਖਦੇ ਨੇ, ਕਿਸੇ ਦੀ ਸ਼ੋਲਡਰ ਪਲੇਟ ਦੇ ਨੀਚੇ ਦੁਖਦਾ, ਕਿਸੇ ਦੀ ਬਾਂਹ ਜਿਹੜੀ ਆ ਉਹ ਚੀਚੀ ਤੱਕ ਖੜਨੀ ਸ਼ੁਰੂ ਹੋ ਜਾਂਦੀ ਹੈ। ਇਹ ਕੋਈ ਸਰਵਾਈਕਲ ਦੇ ਵੀ ਅਲੱਗ-ਅਲੱਗ ਹੈਗੇ ਨੇ, ਥੋੜ੍ਹਾ ਜਿਹਾ ਉਹ ਵੀ ਜਾਣਨਾ ਪਾਓ। ਦੇਖੋ ਜੀ, ਸਰਵਾਈਕਲ ਦੀ ਸਟਾਰਟ ਹੈ ਨਾ, ਜਿਹੜੀ ਸ਼ੁਰੂਆਤ ਹੈ ਉਹ ਇੱਦਾਂ ਹੈ ਕਿ ਜਦੋਂ ਤੁਸੀਂ ਜ਼ਿਆਦਾ ਕੰਪਿਊਟਰ ਅੱਗੇ ਮੋਬਾਈਲ 'ਤੇ ਬੈਠੇ ਹੋ ਤਾਂ ਬੰਦਾ ਨਾ ਥੋੜ੍ਹੀ ਦੇਰ ਬਾਅਦ ਐਂ ਜੇ ਕਰੂਗਾ, ਗਰਦਨ ਦੀ ਦੱਬੂਗਾ, ਉਹ ਆਰਾਮ ਕਰੂਗਾ, ਉਹਨੂੰ ਫਰਕ ਪੈ ਜਾਊਗਾ। ਜਿਵੇਂ ਜਿਵੇਂ ਉਸ ਚੀਜ਼ ਨੂੰ ਇਗਨੋਰ ਕਰੂਗਾ, ਐਕਸਰਸਾਈਜ਼ ਨਹੀਂ ਕਰੂਗਾ, ਪੋਸਚਰ ਦਾ ਖਿਆਲ ਨਹੀਂ ਰੱਖੂਗਾ, ਫਿਰ ਉਹਦੇ ਮੋਢੇ ਜੇ ਦੁਖਣੇ ਸ਼ੁਰੂ ਹੋ ਜਾਣਗੇ। ਜੇ ਫਿਰ ਵੀ ਧਿਆਨ ਨਹੀਂ ਕਰੂਗਾ, ਫਿਰ ਉਹਨੂੰ ਰਾਤੀ ਸੋਏ 'ਤੇ ਵੀ ਆਰਾਮ ਨਹੀਂ ਆਉਣਾ, ਸ਼ੋਲਡਰ ਪਲੇਟ ਦੇ ਵਿੱਚ ਵੀ, ਹਾਂ, ਉਹਨੂੰ ਸੋਏ 'ਤੇ ਵੀ ਆਰਾਮ ਨਹੀਂ ਆਉਣਾ। ਫਿਰ ਉਹ ਇਰੀਟੇਟ ਹੋਣ ਲੱਗ ਜਾਊਗਾ। ਉਹ ਜਿਵੇਂ ਉਸ ਗਲਤ ਪੋਸਚਰ 'ਤੇ ਆਊਗਾ, ਜਿਵੇਂ ਕੰਪਿਊਟਰ 'ਤੇ ਬੈਠੂਗਾ, ਜਿਵੇਂ ਮੋਬਾਈਲ 'ਤੇ ਬੈਠੂਗਾ, ਉਹਨੂੰ ਫਿਰ ਹੁਣ ਉਹ ਚੰਗਾ ਨਹੀਂ ਲੱਗੂਗਾ, ਕਿਉਂਕਿ ਉਹ ਸਰੀਰ ਤੋਂ ਤੰਗ ਹੈ। ਉਹ 'ਤੇ ਵੀ ਅਗਰ ਉਹ ਫਿਰ ਉੱਥੇ ਉਹ ਬਲੰਡਰ ਕੀ ਮਾਰਦਾ, ਆਰਾਮ ਲੈਣ ਵਾਸਤੇ ਪੇਨ ਕਿਲਰਸ ਖਾਂਦਾ। ਪੇਨ ਕਿਲਰਸ ਨੋ ਡਾਊਟ ਹੈਲਪ ਕਰਦੇ ਨੇ ਪੇਨ ਸਪਰੈਸ ਕਰਨ 'ਚ, ਇਨਫਲੇਮੇਸ਼ਨ ਘਟਾਉਣ 'ਚ, ਪਰ ਉਹ ਇਲਾਜ ਨਹੀਂ ਹੈ। ਕਿਡਨੀਆਂ ਦੇ ਸਟ੍ਰੈਸ ਪਾਉਂਦੇ ਨੇ, ਹੋਰ ਬੜੇ ਉਹਦੇ 'ਚ ਉਹ ਬੰਦਾ ਨਾ ਉਹਨੂੰ ਹਾਜਮੋਲਾ ਵਾਂਗ ਖਾਣ ਲੱਗ ਜਾਂਦਾ। ਸੋ ਇੱਥੇ ਹੁਣ ਫਿਜ਼ੀਓਥੈਰੇਪਿਸਟ ਦੀ ਲੋੜ ਹੈ। ਅਸੀਂ ਅਸੈਸ ਕਰਕੇ ਉਹਨੂੰ ਦੱਸਾਂਗੇ ਕਿ ਤੂੰ ਕਿਹੜੀ ਕੁਰਸੀ ਲੈਣੀ ਹੈ, ਕੰਪਿਊਟਰ ਕਿਵੇਂ ਰੱਖਣਾ ਹੈ, ਕਿਹੜੀ ਐਕਸਰਸਾਈਜ਼ ਕਰਨੀ ਹੈ, ਕਿਹੜੀ ਮਸਲ ਸਟਰੈਂਥਨ ਕਰਨੀ ਹੈ, ਕਿਹੜੀ ਮਸਲ ਸਟਰੈਚ ਕਰਨੀ ਹੈ। ਇਹ ਸਾਰਾ ਰੋਲ ਸਾਡਾ ਹੈ ਫਿਰ ਫਿਜ਼ੀਓਥੈਰੇਪਿਸਟ ਦਾ। ਅਗਰ ਉਹ ਇਹ ਚੀਜ਼ਾਂ ਦਾ ਖਿਆਲ ਰੱਖੂਗਾ, ਉਹਨੂੰ ਗਰਦਨ ਦੀ ਪ੍ਰੋਬਲਮ ਨਹੀਂ ਆਏਗੀ। ਪਿੱਠ 'ਚ ਕਿਉਂ ਦਰਦ ਹੋਣਾ ਹੈ? ਜਦੋਂ ਇਹ ਇੱਥੇ ਹੋਇਆ ਤਾਂ ਇਹ ਸ਼ੋਲਡਰ ਪਲੇਟ ਦੇ ਨੀਚੇ ਵੀ ਪੇਨ ਹੋਣ ਲੱਗ ਜਾਂਦੀ ਹੈ ਅਤੇ ਬਾਂਹ ਦੇ ਵਿੱਚ ਵੀ ਦਰਦ ਹੋਣ ਲੱਗ ਜਾਂਦੀ ਹੈ। ਇਹ ਥੋੜ੍ਹਾ ਜਿਹਾ ਨਰਵਸ ਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਜਦੋਂ ਤੁਹਾਡੀ ਪੋਜੀਸ਼ਨ ਚੇਂਜ ਹੁੰਦੀ ਹੈ, ਤੁਹਾਡੇ ਜਿਹੜੀ ਸਪਾਈਨ ਦੀ ਅਲਾਈਨਮੈਂਟ ਆ ਉਹ ਹਿੱਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹਿੱਲਣੀ ਸ਼ੁਰੂ ਹੋ ਜਾਂਦੀ ਹੈ, ਉਹ ਕਿਤੇ ਨਾ ਕਿਤੇ ਨਰਵ 'ਤੇ ਪ੍ਰੈਸ ਕਰਦੀ ਹੈ।
ਜਿਹੜੇ ਲੈਵਲ ਤੇ ਜਿੱਥੇ ਪ੍ਰੈਸ ਕਰਦੀ ਹੈ ਤੇ ਜਿਹੜੀ ਨਰਵ ਨੂੰ ਪ੍ਰੈਸ ਕਰ ਰਹੀ ਹੈ, ਫਿਰ ਉਹ ਜਿੱਥੇ ਜਾਂਦੀ ਹੈ ਉੱਥੇ ਤੱਕ ਦਰਦ ਜਾਂਦਾ ਹੈ। ਉਹ ਕਈ ਵਾਰ ਇੱਥੇ ਪਿੱਛੇ ਜਾਂਦਾ ਹੈ, ਕਈ ਵਾਰ ਇੱਥੇ ਉੱਪਰ ਮੋਢਿਆਂ ਦੇ ਉੱਤੇ ਆ ਜਾਂਦਾ ਤੇ ਬਹੁਤ ਹੱਦ ਤੱਕ ਸੀਵੀਅਰ ਕੇਸਿਸ 'ਚ ਉਹ ਹੱਥ 'ਚ ਵੀ ਆ ਜਾਂਦਾ। ਔਰ ਇੰਨਾ ਜ਼ਬਰਦਸਤ ਆਉਂਦਾ ਕਿ ਇੱਕ ਪਾਣੀ ਦਾ ਗਲਾਸ ਵੀ ਨਹੀਂ ਚੱਕਿਆ ਜਾਂਦਾ, ਠੀਕ ਹੈ ਨਾ। ਸੋ ਇਹ ਜਿਹੜੇ ਲੱਛਣ ਨੇ ਇਹ ਸਾਰੇ ਸਰਵਾਈਕਲ ਦੇ ਨੇ। ਜੇ ਬੰਦਾ ਇੱਥੇ ਫਿਰ ਪੇਨ ਕਿਲਰ ਖਾਂਦਾ, ਪੇਨ ਕਿਲਰ ਨਾਲ ਵੀ ਜੇ ਆਰਾਮ ਨਹੀਂ ਆਉਂਦਾ, ਠੀਕ ਹੈ, ਫਿਰ ਵਧੀ ਜਾਂਦਾ ਜਾਂ ਆਰਾਮ ਆ ਜਾਂਦਾ, ਉਸ ਤੋਂ ਬਾਅਦ ਉਹ ਐਕਸਰਸਾਈਜ਼ ਨਹੀਂ ਕਰਦਾ, ਫਿਜ਼ੀਕਲ ਨਹੀਂ ਜਾਂਦਾ, ਉਹ ਫਿਰ ਲਾਪਰਵਾਹੀ ਕਰਦਾ। ਇਹ ਤੋਂ ਬਾਅਦ ਨੈਕਸਟ ਫਿਰ ਉਸ ਜਿਹਨੂੰ ਕਹਿੰਦੇ ਸਰਵਾਈਕੋਜੈਨਿਕ ਹੈਡੇਕ ਹੋਣਾ ਸ਼ੁਰੂ ਹੋ ਜਾਂਦਾ, ਸਿਰ ਭਾਰਾ, ਅੱਖਾਂ ਭਾਰੀਆਂ, ਇੱਕ ਪਾਸਾ ਸਿਰ ਦਾ ਦੁਖਣਾ, ਜਿਹਨੂੰ ਕਈ ਵਾਰੀ ਲੋਕੀ ਮਾਈਗ੍ਰੇਨ ਦੇ ਤੌਰ ਤੇ ਲੈ ਲੈਂਦੇ ਆ, ਪਰ ਉਹ ਮਾਈਗ੍ਰੇਨ ਨਹੀਂ ਹੁੰਦਾ, ਉਹ ਸਰਵਾਈਕਲ ਕਰਕੇ ਹੋ ਰਿਹਾ ਹੁੰਦਾ। ਠੀਕ, ਉਲਟੀਆਂ ਵੀ ਲੱਗ ਜਾਂਦੀਆਂ ਬੰਦੇ ਨੂੰ। ਬਿਲਕੁਲ ਸਹੀ ਕਿਹਾ ਜੀ। ਨੈਕਸਟ ਫੇਜ਼ ਫਿਰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਟਰੈਵਲ ਮਾੜਾ ਜਿਹਾ ਕਰਦਾ, ਉਹ ਟਰੈਵਲ ਨਹੀਂ ਕਰ ਪਾਉਂਦਾ, ਉਹ ਡਰਾਈਵ ਕਰਦਾ, ਉਹਨੂੰ ਨੀਂਦ ਆਉਂਦੀ ਹੈ ਜ਼ਿਆਦਾ। ਸੋ ਇਹ ਸਾਰੇ ਸਰਵਾਈਕਲ ਦੇ ਲੱਛਣ ਨੇ। ਉੱਠਿਆ ਵੀ ਜਾਂਦਾ, ਕਈ ਬੰਦੇ ਦਾ ਬੈੱਡ ਰਿਡਨ ਹੋ ਜਾਂਦੇ। ਦੇਖੋ ਜੀ, ਜਦ ਚੱਕਰ ਹੀ ਆਉਣੇ ਸ਼ੁਰੂ ਹੋ ਗਏ ਫਿਰ ਪਾਸਾਲੇ ਦੇ ਵੀ ਚੱਕਰ ਆਉਂਦੇ ਨੇ। ਸੋ ਇਸ ਫੇਜ਼ ਤੇ ਇਹਨੂੰ ਰੋਕਿਆ ਜਾ ਸਕਦਾ ਹੈ ਜੇ ਤੁਸੀਂ ਸ਼ੁਰੂਆਤੀ ਤੌਰ ਤੇ ਉਹ ਗਰਦਨ ਦੱਬ ਲਓ ਆਪਣੀ, ਠੀਕ ਹੈ। ਉਹ ਗਰਦਨ ਨੂੰ ਤੁਸੀਂ ਐਕਸਰਸਾਈਜ਼ ਕਰਾਓ, ਪੋਸਚਰ ਸਹੀ ਰੱਖੋ, ਬਿਲਕੁਲ ਠੀਕ ਹੋ ਜਾਓਗੇ, ਦਵਾਈ ਬਿਨਾਂ ਠੀਕ ਹੋ ਜਾਓਗੇ। ਕੁਝ ਕੇਸਾਂ 'ਚ ਮੈਂ ਇਹ ਸੁਣਿਆ ਕਿ ਜਦੋਂ ਸਰਵਾਈਕਲ ਦਾ ਪੇਨ ਹੁੰਦੀ ਹੈ, ਬਹੁਤ ਸਵੇਰ ਹੁੰਦੀ ਹੈ, ਤਾਂ ਉਹਦੇ 'ਚ ਇਹ ਕਹਿੰਦਾ ਵੀ ਉੱਥੋਂ ਹੱਡੀ ਭੁਰ ਗਈ, ਵਿੱਚੋਂ ਕੁਝ ਹੱਡੀ ਕਿਸੇ ਜਗ੍ਹਾ ਤੋਂ ਭੁਰ ਗਈ। ਇਹ ਕੀ ਚੱਕਰ ਹੁੰਦਾ? ਨਹੀਂ, ਉਹ ਹੱਡੀ ਭੁਰਦੀ ਨਹੀਂ ਹੈ ਜੀ, ਉਹ ਆਸਟੀਓਫਾਈਟਸ ਡਿਵੈਲਪ ਹੋ ਜਾਂਦੇ ਨੇ, ਜਿਹਨੂੰ ਕਹਿੰਦੇ ਚੁੰਝਾਂ ਵੱਧ ਜਾਂਦੀਆਂ ਨੇ। ਜਿਵੇਂ ਆ ਮਣਕਾ ਦੇ ਕਿਨਾਰੇ ਵੱਧ ਜਾਣਗੇ, ਉਹ ਜਿਹੜੇ ਕਿਨਾਰੇ ਵੱਧਦੇ ਨੇ ਉਹ ਕੀ ਹੈ, ਉਹ ਸਟੇਬਿਲਿਟੀ, ਮੈਂ ਤੁਹਾਨੂੰ ਕਿਹਾ ਸੀ ਸਟੇਬਿਲਿਟੀ ਲੂਜ਼ ਹੁੰਦੀ ਹੈ। ਸੋ ਸਰੀਰ ਨੇ ਨਾ ਆਪਣਾ ਡਿਫੈਂਸ ਆਪ ਕਰਨਾ ਸ਼ੁਰੂ ਕਰਤਾ, ਉਹ ਕਿਨਾਰੇ ਵਧਣੇ ਸ਼ੁਰੂ ਹੋ ਗਏ, ਕਿਉਂਕਿ ਉਹਨੂੰ ਸਟੇਬਿਲਿਟੀ ਚਾਹੀਦੀ ਹੈ ਮਣਕੇ ਨੂੰ, ਤਾਂ ਕਿ ਉਹ ਸਿੱਧਾ ਖੜਾ ਰਵੇ। ਹੁਣ ਉਹਦੇ 'ਚ ਚੱਕਰ ਕੀ ਹੈ, ਜਦੋਂ ਉਹ ਜੇ ਤਾਂ ਉਹ ਅੱਗੇ ਕਿੱਥੇ ਵਧਣ, ਨੁਕਸਾਨ ਨਹੀਂ ਦਿੰਦੇ, ਜੇ ਪਿਛਲੇ ਪਾਸੇ ਵਧਣ ਫਿਰ ਉਹ ਫਿਰ ਨਸ ਦੱਬ ਦਿੰਦੇ ਨੇ, ਫਿਰ ਪੇਨ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਭੁਰਦੇ ਨਹੀਂ ਹੈ, ਉਹ ਤੁਹਾਡੇ ਕਿਨਾਰੇ ਵੱਜ ਜਾਂਦੇ ਆ, ਉਹਨੂੰ ਆਸਟੀਓਫਾਈਟਸ ਕਹਿੰਦੇ ਨੇ। ਜਿਹੜੇ ਆਰਥੋਪੈਡਿਸ਼ਨ ਹੈਗੇ ਨੇ, ਆਰਥੋਪੈਡਿਕ ਦੇ ਡਾਕਟਰਸ ਨੇ, ਉਹ ਬਹੁਤ ਵਾਰੀ ਮੈਂ ਸੁਣਿਆ ਹੈਗਾ ਕਿ ਉਹ ਸਟੀਰੋਇਡਸ ਦੇ ਇੰਜੈਕਸ਼ਨ ਲਗਾ ਦਿੰਦੇ ਨੇ। ਉਹ ਕਿੰਨੇ ਕੁ ਕਾਰਗਰ ਰਹਿੰਦੇ ਨੇ? ਦੇਖੋ ਜੀ, ਸਟੀਰੋਇਡ ਦਾ ਬ੍ਰਹਮਾਸਤਰ ਹੈ ਡਾਕਟਰਸ ਕੋਲ। ਕਿਸੇ ਤਰ੍ਹਾਂ ਦੀ ਵੀ ਇਨਫਲੇਮੇਸ਼ਨ ਹੋਵੇ, ਕਿਸੇ ਤਰ੍ਹਾਂ ਦਾ ਵੀ ਦਰਦ ਹੋਵੇ, ਉਹ ਰਾਮਬਾਣ ਹੈ। ਆਰਾਮ ਤਾਂ ਮੌਕੇ ਦੇ ਆਰਾਮ ਹੋ ਜਾਂਦਾ ਕਿ ਫੋਰ ਐਵਰ ਹੋ ਜਾਂਦਾ, ਜਾਂ ਫਿਰ ਉਹ ਫੋਰ ਦਾ ਟਾਈਮ ਬੀਇੰਗ ਉਹ ਮੌਕੇ ਦੇ ਉੱਤੇ ਆਉਂਦਾ, ਪਰ ਫਿਰ ਉੱਥੇ ਆ ਜਾਂਦਾ। ਜਦੋਂ ਇੱਕ ਮਣਕਾ ਟੇਢਾ ਹੋ ਗਿਆ, ਉਹਨੇ ਨਸ ਦੱਬਤੀ, ਉੱਥੇ ਸੋਜਾ ਵੀ ਆਊਗਾ, ਉਹ ਉੱਥੇ ਜਿਹੜਾ ਜਿੱਥੋਂ ਨਸ ਨਿਕਲਦੀ ਉੱਥੇ ਰਸਤਾ ਟਾਈਟ ਹੋ ਜਾਂਦਾ। ਹੁਣ ਉਹ ਸੋਜਾ ਘਟਾਉਣਾ ਹੈ, ਪੇਨ ਕਿਲਰਸ ਨਾਲ ਘਟ ਨਹੀਂ ਰਿਹਾ, ਦਰਦ ਪੇਸ਼ੈਂਟ ਨੂੰ ਬਹੁਤ ਹੋ ਰਿਹਾ, ਫਿਰ ਉਹ ਸਟੀਰੋਇਡ ਦਿੰਦੇ ਨੇ ਤਾਂ ਕਿ ਉਹ ਸੋਜਾ ਘਟੇ। ਉਦੋਂ ਜਿਹੜੀ ਪਹਿਲੀ ਡਿਮਾਂਡ ਹੈ ਉਹ ਸੋਜਾ ਘਟਾਉਣੀ ਹੈ, ਉੱਥੇ ਫਿਰ ਇਹ ਲੋੜ ਪੈਂਦਾ ਔਰ ਜ਼ਰੂਰੀ ਵੀ ਹੈ, ਕਿਉਂਕਿ ਪੇਸ਼ੈਂਟ ਦਰਦ ਨਾਲ ਕਰਾ ਰਿਹਾ ਹੁੰਦਾ ਤੇ ਦਰਦ ਤੋਂ ਆਰਾਮ ਦੇਣਾ ਸਭ ਨੂੰ ਪਹਿਲੇ ਇੰਨੀ ਜਲਦੀ, ਉਹ ਫਿਰ ਸਟੀਰੋਇਡ ਦੇਣਾ ਪੈਂਦਾ। ਕੀ ਸਟੀਰੋਇਡ ਨਾਲ ਠੀਕ ਹੋ ਜਾਂਦਾ ਜਾਂ ਫਿਰ ਕਰਨੀ ਪੈਣੀ ਫਿਜ਼ੀਓਥੈਰੇਪੀ ਹੈ? ਅਲਟੀਮੇਟਲੀ ਆਉਣਾ ਫਿਜ਼ੀਓਥੈਰੇਪਿਸਟ ਕੋਲ ਹੀ ਪੈਣਾ, ਅਲਟੀਮੇਟਲੀ ਫਿਜ਼ੀਓਥੈਰੇਪਿਸਟ ਕੋਲ ਹੀ ਆਉਣਾ ਪੈਣਾ ਹੈ, ਕਿਉਂਕਿ ਉਹ ਮਣਕਾ ਟੇਢਾ ਕਿਉਂ ਹੋਇਆ, ਉਹਨੂੰ ਵਾਪਸ ਸਿੱਧਾ ਵੀ ਕਰਨਾ ਤੇ ਉਹਨੂੰ ਉੱਥੇ ਰੱਖਣਾ ਵੀ ਹੈ। ਉਹ ਕੋਈ ਦਵਾਈ ਨਹੀਂ ਰੱਖ ਸਕਦੀ, ਉੱਥੇ ਉਹ ਮਸਲ ਸਟਰੋਂਗ ਕਰਨੀ ਪੈਣੀ ਹੈ, ਉੱਥੇ ਉਹਦਾ ਪੋਸਚਰ ਸਹੀ ਕਰਨਾ ਪੈਣਾ ਹੈ, ਉੱਥੇ ਉਹਨੂੰ ਦੱਸਣਾ ਪੈਣਾ ਹੈ ਕਿ ਤੂੰ ਕੀ ਨਹੀਂ ਕਰਨਾ, ਪ੍ਰੀਵੈਂਸ਼ਨਸ, ਪ੍ਰੀਕਾਸ਼ਨਸ, ਇਹ ਸਾਰਾ ਕੁਝ ਦੱਸਣਾ ਪੈਣਾ। ਹੁਣ ਆਈਏ ਆਪਾਂ ਲੰਬਰ ਕੰਨੀ। ਲੰਬਰ ਦੇ ਵਿੱਚ ਥੋੜ੍ਹਾ ਜਿਹਾ ਹੁਣ ਦੱਸੋ ਕਿ ਇਹ ਕਿੱਥੇ ਪੰਗਾ ਪੈਂਦਾ, ਯਾਨੀ ਕਿ ਜਿਹੜੀ ਹੈ ਸੈਂਟਰ ਤੋਂ ਜਿਹੜੀ ਨੀਚੇ ਜਿਹੜੀ ਉਹ ਹੁੰਦੀ ਹੈ, ਉਹ ਉੱਥੇ ਲੰਬਰ ਵੀ 5 ਮਣਕੇ ਨੇ ਜੀ। ਜੇ ਉੱਥੇ ਨਸ ਦੱਬੀ ਜਾਵੇ ਤਾਂ ਤੁਹਾਡੇ ਲੱਤਾਂ 'ਚ ਦਰਦ ਆਉਂਦਾ, ਉਹ ਪੱਟ ਦੇ ਪਿੱਛੇ ਆ ਸਕਦਾ, ਉਹ ਪੱਟ ਦੇ ਅੱਗੇ ਆ ਸਕਦਾ, ਉਹ ਲੱਤਾਂ ਵੱਲ ਜਾ ਸਕਦਾ, ਸਾਈਡ। ਛਟੀਕਾ ਇੱਥੋਂ ਹੀ ਆਉਂਦੀ ਹੈ। ਸ਼ੈਟਿਕਾ ਦੇ 2-3 ਕਾਰਨ ਨੇ ਜੀ। ਪਹਿਲਾ ਕਾਰਨ ਇਹ ਹੈ, ਸ਼ੈਟਿਕ ਇੱਕ ਨਰਵ ਦਾ ਨਾਮ ਹੈ, ਜਦੋਂ ਦੱਬੀ ਜਾਵੇ ਤਾਂ ਸ਼ਿਆਟਿਕਾ ਕਹਿੰਦੇ ਨੇ। ਉਹ ਸ਼ੈਟਿਕ ਦਾ ਰੋਲ ਕੀ ਹੁੰਦਾ ਬੋਡੀ ਦੇ ਵਿੱਚ? ਰੋਲ ਇਹੀ ਹੈ, ਸੈਂਸੇਸ਼ਨ ਬ੍ਰੇਨ ਵੱਲ ਲੈ ਕੇ ਜਾਣੀ ਤੇ ਬ੍ਰੇਨ ਤੋਂ ਲੱਤਾਂ ਵੱਲ ਲੈ ਕੇ ਆਉਣੀ, ਠੀਕ ਹੈ। ਨਰਵ ਦਾ ਇੱਕੋ ਹੀ ਰੋਲ ਹੈ, ਸੈਂਸਰੀ ਤੇ ਮੋਟਰ। ਸੈਂਸਰੀ ਮਤਲਬ ਸੈਂਸੇਸ਼ਨ, ਗਰਮ ਠੰਡਾ, ਹਵਾ, ਜੋ ਵੀ ਤੁਹਾਨੂੰ ਟੱਚ ਹੋ ਰਹੀ ਹੈ ਚੀਜ਼, ਉਹਦੀ ਸੈਂਸੇਸ਼ਨ ਉੱਪਰ ਬ੍ਰੇਨ ਵੱਲ ਲੈ ਕੇ ਜਾਣੀ। ਤੇ ਤੁਸੀਂ ਜੋ ਐਕਟ ਕਰਦੇ ਹੋ ਉਹ ਮੋਟਰ ਹੈ, ਤੁਸੀਂ ਹੱਥ ਲਾਇਆ, ਤੁਸੀਂ ਖੁਰਕ ਕੀਤੀ, ਤੁਸੀਂ ਥੱਪੜ ਮਾਰਿਆ, ਇਹ ਸਾਰਾ ਮੋਟਰ ਹੈ, ਠੀਕ ਹੈ। ਸੈਂਟਰਲ ਨਰਵਸ ਸਿਸਟਮ ਤੋਂ ਜਿਹੜੀ ਕਮਾਂਡ ਜਾਂਦੀ। ਹਾਂ। ਸੋ ਜਿਹੜੀ ਨਰਵਸ ਨੇ ਉਹਨਾਂ ਦਾ ਇਹੀ ਰੋਲ ਹੈ।
ਸੋ ਇਹ ਜਿਹੜੀ ਚੀਜ਼ ਹੈ, ਸ਼ੈਟਿਕ ਇੱਕ ਨਰਵ ਹੈ, ਜਦੋਂ ਦੱਬੀ ਜਾਂਦੀ ਹੈ ਉਹਨੂੰ ਉਹ ਇਰੀਟੇਸ਼ਨ ਹੁੰਦੀ ਹੈ, ਚਾਹੇ ਉਹ ਹਿਪ ਲੈਵਲ ਤੇ ਹੋਵੇ ਚਾਹੇ ਬੈਕ ਲੈਵਲ ਤੇ ਹੋਵੇ, ਫਿਰ ਉਹ ਚੀਕਾਂ ਮਾਰਦੀ ਹੈ ਜਿਹਨੂੰ ਆਪਾਂ ਦਰਦ ਕਹਿੰਦੇ ਆ। ਤੇ ਉਹਦੇ 'ਚ ਫਿਰ ਆਪਾਂ ਪੇਨ ਕਿਲਰ ਖਾਂਦੇ ਆ, ਕਿਉਂਕਿ ਪਹਿਲੀ ਪ੍ਰਾਇਰਟੀ ਆਰਥੋਪੈਡਿਸ਼ਨ ਹੁੰਦਾ, ਉਹ ਸਾਰੇ ਆਰਥੋਪੈਡਿਸ਼ਨ ਨੂੰ ਭੱਜਦੇ ਨੇ ਕਿ ਇਹ ਦਰਦ ਹੋ ਰਹੀ ਹੈ। ਫਿਰ ਉੱਥੇ ਅੱਜ ਕੱਲ੍ਹ ਸਾਰੇ ਡਾਕਟਰਸ ਜਿੰਨੇ ਵੀ ਹੈ ਟੀਮ ਵਰਕ ਬਣਾ ਕੇ ਚੱਲਦੇ ਆ, ਸੋ ਫਿਜ਼ੀਓ ਨੂੰ ਰਿਕਮੈਂਡ ਕਰਦੇ ਨੇ ਕਿ ਫਿਜ਼ੀਓਥੈਰੇਪੀ ਕਰਾਓ ਜੀ, ਫਿਜ਼ੀਓਥੈਰੇਪੀ ਨਾਲ ਹੀ ਠੀਕ ਹੋਣਾ ਹੈ। ਦਰਦ ਮੈਂ ਹਾਲੇ ਘਟਾ ਦਿੰਦਾ ਦਵਾਈਆਂ ਨਾਲ, ਪਰ ਫਿਜ਼ੀਓਥੈਰੇਪੀ ਬਹੁਤ ਜ਼ਰੂਰੀ ਹੈ। ਸੋ ਜਿਹੜਾ ਰੈਫਰਲ ਹੈ ਉਹ ਇੱਕ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮੁੜ ਕੇ ਦਰਦ ਤੋਂ ਬਾਅਦ ਫਿਰ ਜੇ ਉਹ ਉਦੋਂ ਟੈਂਪਰੇਰੀ ਦਰਦ ਦੱਬ ਜਾਊਗਾ, ਪਰ ਜਦੋਂ ਫਿਰ ਕਿੱਥੇ ਉਹ ਆਪਣੀ ਮੂਵਮੈਂਟ 'ਤੇ ਆਊਗਾ, ਵਰਕਆਊਟ ਕਰੂਗਾ, ਦਰਦ ਮੁੜ ਕੇ ਫਿਰ ਉੱਥੇ ਆ ਜਾਣਾ। ਜਿਹੜਾ ਤੁਸੀਂ ਹੁਣ ਦੱਸ ਰਹੇ ਸੀ ਨੰਬਰ ਦੇ ਵਿੱਚ ਵੀ ਕਿੱਥੋਂ ਕਿੱਦਾਂ ਇੱਕ ਮਤਲਬ ਟੋਟਲ ਕਿੰਨੇ 5 ਦੱਸ ਰਹੇ ਸੀ ਤੁਸੀਂ ਮਣ ਕੇ 5 ਨੰਬਰ ਦੇ ਮਣਕੇ ਸੀ। ਪੰਜਾਂ ਦੇ ਵਿੱਚ ਹੁਣ ਅਲੱਗ-ਅਲੱਗ ਥੋੜ੍ਹਾ ਜਿਹਾ ਡਿਫਾਈਨ ਕਰ ਦਿਓ ਵੀ ਕਿਹੜੇ ਮਣਕੇ 'ਚ ਕੀ ਪ੍ਰੋਬਲਮ ਹੁੰਦੀ ਤੇ ਕਿੱਥੇ ਗੜਬੜ ਹੁੰਦੀ। ਜੇ ਦੇਖੋ ਸਰਵਾਈਕਲ 'ਚ ਪ੍ਰੋਬਲਮ ਹੋਵੇ ਤਾਂ ਤੁਹਾਡਾ ਸਿਰ ਦਰਦ ਹੋ ਸਕਦਾ। ਸਰਵਾਈਕਲ ਤਾਂ ਚਲੋ ਹੋ ਗਿਆ, L1 L2 L3 ਨੰਬਰ ਉਹਨਾਂ ਦੀ ਏਰੀਆ ਵੱਡਿਆ ਹੋਇਆ, L1 ਦਾ ਵੱਖਰਾ ਹੈ, L2 ਦਾ ਵੱਖਰਾ ਹੈ, L3 ਦਾ ਵੱਖਰਾ ਹੈ, L4 ਦਾ ਵੱਖਰਾ ਹੈ। ਉਹਨੂੰ ਆਪਾਂ ਡਰਮਾਟੋਮ ਤੇ ਮਾਇਓਟੋਮ ਕਹਿੰਦੇ ਆ। ਉਹ ਇੱਕ ਲੇਮੈਨ ਨੂੰ ਸਮਝਣਾ ਥੋੜ੍ਹਾ ਔਖਾ ਹੈ, ਪਰ ਆਪਾਂ ਇਨ ਸ਼ਾਰਟ ਇਹੀ ਕਹਾਂਗੇ ਕਿ ਅਗਰ L1 to L5 ਦੇ ਵਿੱਚ ਤੁਹਾਨੂੰ ਕਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੀ ਲੱਤਾਂ ਵੱਲ ਦਰਦ ਜਾਊਗਾ, ਲੱਤਾਂ ਵੱਲ ਦਰਦ ਜਾਊਗਾ। ਜੇ ਗਰਦਨ 'ਚ ਕਿੱਥੇ ਨਸ ਫਸਦੀ ਹੈ ਤਾਂ ਬਾਹਾਂ 'ਚ ਦਰਦ ਆਏਗਾ, ਠੀਕ ਹੈ ਜੀ। ਤੇ ਜੇ ਤੁਹਾਡੇ ਬਿਲਕੁਲ ਟੇਲ ਤੇ ਪੇਨ ਹੈ ਤਾਂ ਤੁਹਾਨੂੰ ਬੈਠੇ ਦਰਦ ਹੋਊਗੀ, ਜਿਹਨੂੰ ਕਿ ਕੋਕਸੀਡਾਈਨੀਆ ਕਹਿੰਦੇ ਨੇ। ਖਤਰਨਾਕ ਪੇਨ ਹੈ, ਉਹ 'ਚ ਬੰਦਾ ਫਿਰ ਬੈਠ ਨਹੀਂ ਸਕਦਾ ਜੀ, ਸਖਤ ਥਾਂ 'ਤੇ ਨਹੀਂ ਬੈਠ ਸਕਦਾ। ਸੋ ਉਹ ਵੀ ਬੜਾ ਕਸੂਤਾ ਪੇਨ ਹੈ ਜੀ, ਜੇ ਇੱਕ ਵਾਰੀ ਛਿੜ ਜੇ ਤਾਂ ਮੁੜ ਕੇ ਉਹ ਬਹੁਤ ਤੰਗ ਕਰਦਾ। ਠੀਕ, ਜੇ ਆਪਾਂ ਇਹ ਸਾਰੇ ਕੰਮ ਆਪਾਂ ਪੰਗੇ ਲੈ ਕੇ ਖਰਾਬ ਕਰ ਲੈਂਦੇ ਹਾਂ ਤੇ ਉਹ ਪੰਗਿਆਂ ਤੋਂ ਕਿਵੇਂ ਬਚਿਆ ਜਾਵੇ ਤੇ ਕਿਵੇਂ ਆਪਾਂ ਆਪਣੀ ਰੀੜ੍ਹ ਦੀ ਹੱਡੀ ਨੂੰ ਜਿਹੜਾ ਮੇਨ ਸਾਰਾ ਜਿਹੜਾ ਉਹ ਇੱਕ ਕੈਸੇ ਗ੍ਰਿਡ ਹੈਗੀ ਆ ਬੋਡੀ ਦੀ, ਤੇ ਉਹ ਉੱਥੋਂ ਉਹ ਖਰਾਬ ਨਾ ਹੋਵੇ, ਉਹਦੇ ਲਈ ਕੀ ਕਰਨਾ ਪਏਗਾ? ਦੇਖੋ ਜੀ, ਅਗਰ ਆਪਣੀ ਰੀੜ੍ਹ ਦੀ ਹੱਡੀ ਸਹੀ ਰੱਖਣੀ ਹੈ ਤਾਂ ਐਕਸਰਸਾਈਜ਼ ਜ਼ਰੂਰੀ ਹੈ। ਤੋਂਦ ਨਿਕਲਣ ਤੋਂ ਬਚਾਓ, ਜਿਹੜੀ ਕਿ ਬਹੁਤ ਔਖੀ ਹੈ। ਹਾਂ, ਜਿਹੜੀ ਕਈ ਬੰਦੇ ਬੜੀ ਦੇਰ ਤੱਕ ਖੜੇ ਰਹਿੰਦੇ ਨੇ, ਉਹਨਾਂ ਦੀ ਪਿੱਠ ਬਹੁਤ ਦੁਖਦੀ ਹੈ। ਲੇਡੀਜ਼ ਕਈ ਵਾਰੀ ਫੁੱਟਵੇਅਰ ਠੀਕ ਨਹੀਂ ਪਾਉਂਦੀਆਂ, ਪੈਨਸਲ ਹੀਲ ਪਾਉਂਦੀਆਂ, ਉਹਨਾਂ ਦੀ ਪਿੱਠ ਬਹੁਤ ਦੁਖਦੀ ਹੈ। ਤੁਸੀਂ ਕਦੀ ਵਿਆਹ ਸ਼ਾਦੀਆਂ 'ਤੇ ਜਾਓ, ਜਿਵੇਂ ਉਹ ਵਾਪਸ ਘਰ ਨੂੰ ਮੁੜਦੀਆਂ ਨੇ, ਇਹਨਾਂ ਤੇ ਕਾਰ 'ਚ ਸਭ ਤੋਂ ਪਹਿਲੇ ਉਹ ਆਪਣੇ ਸੈਂਡਲਸ ਬਦਲਦੀਆਂ ਨੇ, ਠੀਕ ਹੈ। ਸੋ ਦੇਖੋ, ਮੈਂ ਹਰ ਸ਼ੋਅ 'ਚ ਕਹਿੰਦਾ ਕਿ ਸਹੀ ਹੋਣ ਜੁੱਤਾ, ਗੱਦਾ ਅਤੇ ਕੁਰਸੀ, ਨਾ ਹੋਵੇ ਤੁਹਾਨੂੰ ਜੋੜਾ ਤੋਂ ਮਾਯੂਸੀ। ਹੁਣ ਜੇ ਤੁਹਾਡਾ ਗੱਦਾ ਸਹੀ ਹੈ, ਠੀਕ ਹੈ, ਜੇ ਤੁਹਾਡੀ ਕੁਰਸੀ ਸਹੀ ਹੈ ਤਾਂ ਤੁਸੀਂ ਰੀੜ੍ਹ ਦੀ ਹੱਡੀ ਨੂੰ ਬਚਾ ਲਓਗੇ। ਜੇ ਤੁਹਾਡੇ ਜੁੱਤੇ ਸਹੀ ਹੈ ਤਾਂ ਵੀ ਉਹ ਜੁੱਤਿਆਂ ਦਾ ਇੰਪੈਕਟ ਵੀ ਰੀੜ੍ਹ ਦੀ ਹੱਡੀ 'ਤੇ ਜਾਂਦਾ। ਜੇ ਤੁਹਾਡੀ ਜੁੱਤੇ ਦੀ ਹੀਲ ਜ਼ਿਆਦਾ ਹੈ ਨਾ, ਤੁਸੀਂ ਜ਼ਿਆਦਾ ਦੇਰ ਖੜੇ ਨਹੀਂ ਹੋ ਸਕਦੇ, ਟੀਚਰ ਪੜ੍ਹਾ ਨਹੀਂ ਸਕਦਾ ਜ਼ਿਆਦਾ ਦੇਰ। ਹੁਣ ਦੇਖੋ ਕਿੰਨੇ ਮਾਲਸ ਨੇ, ਠੀਕ ਹੈ, ਕਿੰਨੇ ਪੁਲਿਸ ਕਰਮੀ ਨੇ, ਇਹਨਾਂ ਦੀ ਡਿਊਟੀ ਵਿਚਾਰਿਆਂ ਦੀ ਖੜੇ ਹੁੰਦੀ ਹੈ। ਜਿੰਨੇ ਪੁਲਿਸ ਵਾਲੇ ਨੇ, ਟ੍ਰੈਫਿਕ ਪੁਲਿਸ ਵਾਲੇ ਨੇ, ਇਹ ਜੇ ਇਹਨਾਂ ਦਾ ਜੁੱਤਾ ਸਹੀ ਨਹੀਂ ਹੈ ਨਾ, ਇਹਨਾਂ ਦੀ ਪਿੱਠ ਦੁਖੂਗੀ। ਜਿੰਨੇ ਮਾਲ 'ਚ ਵਿਚਾਰੇ 5-5 10-10 ਹਜ਼ਾਰ 'ਤੇ ਕੰਮ ਕਰ ਰਹੇ ਨੇ, ਜਿੰਨੇ ਵੱਡੇ ਮਾਲ ਨੇ, ਉਹਨਾਂ ਨੂੰ ਸਟੂਲ ਨਹੀਂ ਦਿੱਤਾ ਜਾਂਦਾ, ਠੀਕ ਹੈ। ਅਤੇ ਉਹਨਾਂ ਨੂੰ ਵੀ ਖੜੇ ਜ਼ਿਆਦਾ ਦੇਰ ਖੜੇ ਰਹਿਣ ਕਰਕੇ ਉਹਨਾਂ ਦੀ ਪਿੱਠ ਦੁਖਦੀ ਹੈ, ਚਾਹੇ ਉਹ ਬੰਦਾ ਪਤਲਾ ਹੀ ਕਿਉਂ ਨਾ ਹੋਵੇ। ਸੋ ਹਰ 40 ਮਿੰਟ ਬਾਅਦ ਬੈਠਣਾ ਜ਼ਰੂਰੀ ਹੈ। ਤੇ ਇਹ ਬੜਾ ਇੰਪੋਰਟੈਂਟ ਚੀਜ਼। ਹਾਂ, ਸੋ ਹਰ 40 ਮਿੰਟ ਬਾਅਦ ਬੈਠਣਾ ਜ਼ਰੂਰੀ ਹੈ। ਕਿੰਨੀ ਦੇਰ ਲਈ? ਭਾਵੇਂ 5 ਮਿੰਟ ਲਈ ਬੈਠੋ, ਪਰ ਬੈਠਣਾ ਜ਼ਰੂਰੀ ਹੈ। ਬੈਠਣ ਦਾ ਕੁਝ ਬੈਠ ਕੇ ਕੁਝ ਕਰੇ ਵੀ ਜਿਹਦੇ ਨਾਲ ਆਰਾਮ ਮਿਲੇ ਉਹਨੂੰ? ਕੋਈ ਪਿੱਠ ਬਸ ਬੈਠ ਜੇ ਉਹ, ਤਾਂ ਕਿ ਉਹ ਕੁਝ ਦੇਰ ਵਾਸਤੇ ਉਸ ਮਸਲਸ ਨੂੰ ਰੈਸਟ ਮਿਲ ਜੇ, ਠੀਕ ਹੈ। ਸੋ ਹਰ 40 ਮਿੰਟ ਬਾਅਦ ਬੈਠਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਖੜਨ ਵਾਲਾ ਕੰਮ ਹੈ, ਜਿਵੇਂ ਫੋਰ ਐਗਜ਼ਾਮਪਲ ਕੋਈ ਟੇਲਰ ਹੈ ਨਾ, ਉਹ ਸਾਰਾ ਦਿਨ ਖੜਾ ਰਹਿੰਦਾ ਹੈ, ਜਾਂ ਕੋਈ ਰਿਸੈਪਸ਼ਨਿਸਟ ਹੈ, ਉਹ ਸਾਰਾ ਦਿਨ ਖੜੀ ਰਹਿੰਦੀ ਹੈ, ਠੀਕ ਹੈ। ਸੋ ਉਹਦੇ ਕੋਲ ਸਟੂਲ ਇਹੋ ਜਿਹਾ ਹੋਣਾ ਚਾਹੀਦਾ। ਦੇਖੋ, ਲੰਬੇ ਸਟੂਲ ਹੁੰਦੇ ਨੇ ਤਾਂ ਕਿ ਉਹ ਥੋੜ੍ਹੀ ਦੇਰ ਵਿੱਚ ਬੈਠ ਜੇ। ਸੋ ਬੈਠਣਾ ਬਹੁਤ ਜ਼ਰੂਰੀ ਹੈ ਜੇ ਆਪਣੀ ਪਿੱਠ ਦਰਦ ਤੋਂ ਬਚਾਓ ਕਰਨਾ ਹੈ। ਡਾਕਟਰ ਸਾਹਿਬ, ਬੈਠਣ ਵਾਲੀ ਤਾਂ ਤੁਸੀਂ ਗੱਲ ਕਰਦੇ ਵੀ ਖੜਾ ਆਇਆ ਤਾਂ ਉਹਨੂੰ ਬੈਠਣਾ ਚਾਹੀਦਾ, ਜਿਹੜਾ ਸਾਰਾ ਦਿਨ ਬੈਠਾ ਹੀ ਰਹਿੰਦਾ ਉਹਦਾ ਕੀ ਕਰੇ? ਐਵਰੀਥਿੰਗ ਇਨ ਐਕਸੈਸ ਇਜ਼ ਬੈਡ। ਜੇ ਬੰਦਾ 40 ਮਿੰਟ ਤੋਂ ਜ਼ਿਆਦਾ ਬੈਠ ਰਿਹਾ ਤਾਂ ਫਿਰ ਵੀ ਪਿੱਠ ਦੁਖ ਹੋਗੀ। ਸੋ ਆਪਾਂ ਮਸਲਸ ਨੂੰ ਰੈਸਟ ਦੇਣਾ। ਜੇ ਬੈਠਾ ਹੈ ਤਾਂ ਉਹਨੂੰ 5 ਮਿੰਟ ਲਈ ਖੜਾ ਹੋਣਾ ਪਏਗਾ, ਤੇ ਜੇ ਖੜਾ ਹੈ ਤਾਂ ਉਹਨੂੰ 5 ਮਿੰਟ ਲਈ ਬੈਠਣਾ ਪਏਗਾ। ਤਾਂ ਦੇਖੋ, ਆਪਾਂ ਇੱਕ ਮਸ਼ੀਨ ਨਹੀਂ ਆ, ਆਪਾਂ ਜਿੰਦੇ ਜਾਗਦੇ ਇਨਸਾਨ ਆ। ਆਪਣੇ 'ਚ ਇਮੋਸ਼ਨਸ ਹੈ, ਆਪਾਂ ਹੱਸਦੇ ਹਾਂ, ਰੋਂਦੇ ਹਾਂ, ਗੁੱਸਾ ਆਉਂਦਾ ਹੈ, ਸਭ ਕੁਛ ਹੈ। ਅਤੇ ਆਪਣਾ ਸਰੀਰ ਵੀ ਫੀਲ ਕਰਦਾ, ਉਹ ਵੀ ਥੱਕਦਾ, ਠੀਕ ਹੈ। ਉਹ ਗੱਲ ਵੱਖਰੀ ਹੈ, ਕਿਸੇ ਦਾ ਘੰਟੇ ਥੱਕਦਾ, ਕਿਸੇ 2 ਘੰਟੇ ਥੱਕਦਾ, ਬੱਚਾ ਘੱਟ ਥੱਕਦਾ, ਜਵਾਨ
ਉਸ ਤੋਂ ਘੱਟ ਜਲਦੀ ਥੱਕ ਜਾਂਦਾ, ਬਜ਼ੁਰਗ ਉਹ ਤੋਂ ਜਲਦੀ ਥੱਕ ਜਾਂਦਾ। ਸੋ ਤੁਹਾਡੀ ਮਸਲ ਪਾਵਰ ਹੈ, ਐਕਸਰਸਾਈਜ਼ ਨਾਲ ਆਪਾਂ ਮਸਲ ਪਾਵਰ ਹੀ ਤਾਂ ਮੇਨਟੇਨ ਕਰਨੀ ਹੈ। ਠੀਕ ਹੈ, ਕੁਝ ਚੀਜ਼ਾਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿਹੜੀਆਂ ਕਿ ਖਾਣ ਪੀਣ ਦੇ ਨਾਲ, ਜਿਵੇਂ ਮਤਲਬ ਯੂਰਿਕ ਐਸਿਡ ਵੱਧ ਗਿਆ, ਜਿਵੇਂ ਆਪਾਂ ਪ੍ਰੋਟੀਨ ਜ਼ਿਆਦਾ ਖਾ ਲਿਆ, ਯੂਰਿਕ ਐਸਿਡ ਵੱਧ ਗਿਆ, ਇਹਨਾਂ ਚੀਜ਼ਾਂ ਦੇ ਨਾਲ ਵੀ ਜਿਹੜੀ ਪਿੱਠ ਦੇ ਉੱਤੇ ਕੋਈ ਅਸਰ ਪੈਂਦਾ, ਜਿਹੜੀ ਆਪਾਂ ਕੋਈ ਪੁੱਠਾ ਸਿੱਧਾ ਖਾਂਦੇ ਹੈਗੇ? ਦੇਖੋ ਵੈਸੇ ਤਾਂ ਡਾਈਟੀਸ਼ੀਅਨ ਦਾ ਰੋਲ ਹੈ ਇਹਦੇ 'ਚ, ਪਰ ਮੈਂ ਇਨ ਸ਼ਾਰਟ ਇਹੀ ਕਹੂੰਗਾ ਕਿ ਜਿਹੜਾ 2 ਮਿੰਟ ਦੇ ਚੱਕਰ 'ਚ ਆਪਾਂ ਫਟਾਫਟ ਖਾਣਾ ਖਾਂਦੇ ਆ ਨਾ, ਤੇ ਟਾਈਮ ਸਿਰ ਖਾਣਾ ਨਹੀਂ ਖਾਂਦੇ, ਇਹ ਚੀਜ਼ ਨੁਕਸਾਨ ਦਿੰਦੀ ਹੈ। ਆਪਾਂ ਜ਼ਿਆਦਾ ਖਾ ਲੈਂਦੇ ਆ। ਭਾਰ ਹੈ ਜਿਹੜਾ, ਉਹ ਸਰੀਰ ਦਾ ਦੁਸ਼ਮਣ ਹੈ। ਬਸ ਭਾਰ ਨਾ ਵਧਣ ਦਿਓ, ਤੋਂਦ ਨਾ ਵਧਣ ਦਿਓ, ਜਿਹੜਾ ਕਿ ਬੜਾ ਔਖਾ ਕੰਮ ਹੈ ਇਸ ਚੀਜ਼ ਨੂੰ ਕੰਟਰੋਲ ਕਰਨਾ। ਪਰ ਜਿੰਨਾ ਹੋ ਸਕੇ ਬੰਦੇ ਨੂੰ ਕੌਨਸ਼ੀਅਸ ਰਹਿਣਾ ਚਾਹੀਦਾ ਕਿ ਭਾਰ ਨਾ ਵਧੇ, ਭਾਰ ਨੂੰ ਕੰਟਰੋਲ 'ਚ ਰੱਖਿਆ ਜਾਵੇ। ਬਹੁਤ ਔਖਾ ਕੰਮ ਹੈ। ਪਰ ਅੱਛਾ, ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਰੀੜ੍ਹ ਦੀ ਹੱਡੀ ਹੈ, ਰੀੜ੍ਹ ਦੀ ਹੱਡੀ ਦੇ ਉੱਤੇ ਜਿਹੜੇ ਕੁਝ ਮਸਾਜਰਸ ਨੇ ਜਿਹੜੇ ਉਹਦੇ ਤੋਂ ਉਹਨੂੰ ਅੰਗੂਠਿਆਂ ਦੇ ਨਾਲ ਜਿਹੜਾ ਉਹਨੂੰ ਦੱਬ ਕੇ ਵੀ ਬੜਾ ਆਰਾਮ ਦਿੰਦੇ ਨੇ, ਉਹ ਥੋੜ੍ਹਾ ਜਿਹਾ ਦੱਸੋਗੇ ਵੀ ਉਹ ਕਿੱਥੇ ਕਿਵੇਂ ਉਹ ਮਤਲਬ ਬੈਨੀਫਿਟ ਦਿੰਦਾ? ਨਹੀਂ, ਇਹਦਾ ਟਿਪੀਕਲ ਕੁਝ ਖਾਸ ਨਹੀਂ ਹੈ ਜੀ। ਉਹ ਇਹ ਹੈ ਕਿ ਕੋਈ ਦੇਖੋ ਮਸਾਜ ਕਿਸੇ ਤਰੀਕੇ ਨਾਲ ਹੋ ਜੇ, ਚਾਹੇ ਹੱਥ ਨਾਲ ਹੋ ਜੇ ਤੇ ਚਾਹੇ ਕਿਸੇ ਮਸ਼ੀਨ ਨਾਲ ਹੋ ਜੇ, ਤੇ ਚਾਹੇ ਉਹ ਦੇਖੋ ਮਾਲ 'ਚ ਕੁਰਸੀਆਂ ਲੱਗੀਆਂ ਹੋਈਆਂ ਨੇ, ਉਹ 100 ਰੁਪਏ ਲੈਂਦੇ 5-10 ਮਿੰਟ 'ਚ, ਤੇ ਜਿਹੜਾ ਬੰਦਾ ਬੜੀ ਤਕਲੀਫ 'ਚ ਹੁੰਦਾ ਨਾ, ਉਹਦੇ ਵਾਸਤੇ ਉਹ ਕੁਰਸੀ ਬੜੀ ਵਰਦਾਨ ਹੁੰਦੀ ਹੈ। ਕਿਉਂ? ਇੱਕ ਸੈਰਾ ਜਿਮ ਦੀ ਮਸ਼ੀਨਾਂ ਹੁੰਦੀਆਂ ਨੇ, ਉਹ ਬੜੀਆਂ ਕਾਰਗਰ। ਦੇਖੋ ਸੇਕ ਤੇ ਮਸਾਜ ਜਿਹਨੂੰ ਮਰਜ਼ੀ ਦੇ ਦਿਓ, ਚਾਹੇ ਬੱਚਾ ਹੋਵੇ ਚਾਹੇ ਬਜ਼ੁਰਗ ਹੋਵੇ, ਉਹ ਰਿਲੀਫ ਦਿੰਦੀ ਹੈ, ਕਿਉਂਕਿ ਉਹ ਰਿਲੈਕਸ ਕਰ ਰਹੀ ਹੈ। ਇਟ ਪਾਰਟ ਐਂਡ ਪਾਰਸਲ ਆਫ ਰਿਲੈਕਸੇਸ਼ਨ। ਪਰ ਇਹ ਟਰੀਟਮੈਂਟ ਨਹੀਂ ਹੈ। ਉਹ ਰਿਲੈਕਸ ਜ਼ਰੂਰ ਕਰਤਾ, ਪਰ ਇਹ ਟਰੀਟਮੈਂਟ ਨਹੀਂ ਹੈ। ਠੀਕ ਹੈ ਨਾ? ਉਹਦੇ ਨਾਲ ਇਹ ਹੈ ਕਿ ਤੁਹਾਡਾ ਉਹ ਦਰਦ ਘਟ ਜਾਂਦਾ। ਤੁਸੀਂ ਸਾਰਾ ਜਿਹਾ ਮੈਂ ਕਰੋ, ਲਗਾਤਾਰ ਲੈਂਦੇ ਰਹੋ, 3 ਕੁ ਮਹੀਨੇ ਬਾਅਦ ਤੁਹਾਨੂੰ ਅਸਰ ਕਰਨਾ ਬੰਦ ਕਰ ਦੂ। ਕਿਉਂ? ਕਿਉਂਕਿ ਉਹ ਰਿਲੈਕਸ ਹੋ ਚੁੱਕੀ। ਜਦੋਂ ਰਿਲੈਕਸ ਹੋ ਗਈ ਫਿਰ ਉਹ ਤੁਹਾਨੂੰ ਪ੍ਰੋਬਲਮ ਹੀ ਨਹੀਂ ਹੈ। ਜਿਵੇਂ ਤੁਰੋਗੇ ਪ੍ਰੋਬਲਮ ਆਊਗੀ। ਹੁਣ ਜਿਹੜੀ ਨਸ ਦੱਬੀ ਗਈ ਉਹਨੂੰ ਸੈਰਾਜੈਮ ਨਹੀਂ ਨਾ ਠੀਕ ਕਰ ਸਕਦੀ। ਜਿਹੜਾ ਸੋਜਾ ਆ ਗਿਆ ਉਹ ਸੈਰਾਜੈਮ ਨਾਲ ਨਹੀਂ ਨਾ ਠੀਕ ਹੋਣਾ। ਕੋਈ ਮਸਲ ਤੁਹਾਡੀ ਜਕੜੀ ਹੋਈ ਹੈ, ਉਹਨੂੰ ਟੈਂਪਰੇਰੀ ਰਿਲੀਫ ਕਰ ਦੂਗੀ, ਪਰ ਜਿਵੇਂ ਤੁਸੀਂ ਉੱਥੋਂ ਉੱਠੋਗੇ ਔਰ ਨਸ ਦੱਬੀ ਜਾਊਗੀ ਫਿਰ ਦੁਬਾਰ ਤੋਂ, ਉਹ ਨਾਲ ਦੀ ਨਾਲ ਫਿਰ ਸਪਾਜ਼ਮ ਆ ਜਾਊਗਾ, ਫਿਰ ਦਰਦ ਹੋਊਗੀ। ਸੋ ਇੱਕ ਪਾਰਟ ਐਂਡ ਪਾਰਸਲ ਆਫ ਰਿਲੈਕਸੇਸ਼ਨ ਹੈ। ਇਹਨੂੰ ਮੈਂ 100% ਟਰੀਟਮੈਂਟ ਦਾ ਉਹ ਨਹੀਂ ਕਹੂੰਗਾ ਜੀ। ਜਾਂਦੇ ਕੁਝ ਰੀੜ੍ਹ ਦੀ ਹੱਡੀ ਦੇ ਮੁਤਲਕ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੋਗੇ? देखो जी, जो अकड़ता है वो टूटता है। जिन्नी फ्लैक्सीबिलिटी होगी उन्ने तुसी ठीक रहोगे। रीढ़ ਦੀ ਹੱਡੀ ਨੂੰ ਵੀ ਆਕੜ ਨਹੀਂ ਦੇਣਾ ना। ਫਲੈਕਸੀਬਿਲਿਟੀ ਦਾ ਮਤਲਬ ਐਕਸਰਸਾਈਜ਼ ਮਤਲਬ ਉਸ ਨੂੰ ਸਟਰੋਂਗ। एक्सरसाइज ਦੇ 4 पिलर कहूँगा जी। सब ਨੂੰ पहले स्ट्रेंथ, फ्लैक्सीबिलिटी, कोऑर्डिनेशन ते बैलेंस। ठीक है, ये 4 चीज़ां जे हैगियां ਤੁਹਾਨੂੰ प्रॉब्लम नहीं आऊगी। ठीक है, जिन्नी फ्लैक्सीबिलिटी होगी ਤੁਹਾਡੇ शरीर 'ਚ उन्ने तुसी इंजरी तो बचोगे। सो यही गल कहूँगा, जो अकड़ता है वो टूटता है। ਅਸੀਂ ਲੋਕਾਂ ਦੀ ਅਕੜ ਹੀ ਢਿੱਲੀ ਕਰੀ ਦੀ ਹੈ। ਕਿਹੜੀ ਉਮਰ ਦੇ ਬੰਦਿਆਂ ਨੂੰ, ਕਿਹੜੀ ਉਮਰ ਦੇ ਇਨਸਾਨ ਨੂੰ ਜਿਹੜੀ ਹੈ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਸਭ ਤੋਂ ਵੱਧ ਆਉਂਦੀ ਹੈ, ਤੇ ਉਹਦੇ ਵਿੱਚ ਕਾਰਨ ਕੀ ਰਹਿੰਦਾ? ਜਾਂਦੇ ਵੀ ਦੱਸ। ਦੇਖੋ, ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਕਈ ਵਾਰ ਬਜ਼ੁਰਗ ਹੁੰਦੇ ਨੇ, ਉਹਨਾਂ ਦੀਆਂ ਹੱਡੀਆਂ ਫਰਜਾਈਲ ਹੋ ਜਾਂਦੀਆਂ ਨੇ, ਉਹਨਾਂ ਨੂੰ ਆ ਸਕਦੀ ਹੈ। ਜਦ ਉਹਨਾਂ ਦੀ ਡਿਸਕ ਡੀਹਾਈਡਰੇਟ ਹੋ ਜਾਂਦੀ ਹੈ, ਉਹਨਾਂ ਨੂੰ ਆ ਸਕਦੀ ਹੈ। ਠੀਕ ਹੈ, ਅਤੇ ਸਭ ਨੂੰ ਘੱਟ ਬੱਚਿਆਂ ਨੂੰ ਆਉਂਦੀ ਹੈ। ਬੱਚੇ ਬਿਲਕੁਲ ਰਬੜ ਵਾਂਗ ਫਲੈਕਸੀਬਲ ਹੁੰਦੇ ਨੇ, ਉਹਨਾਂ ਨੂੰ ਪ੍ਰੋਬਲਮ ਆਉਂਦੀ ਨਹੀਂ ਰੀੜ੍ਹ ਦੀ ਹੱਡੀ ਦੀ। ਵਿਚਾਰੇ ਗਿਰ ਵੀ ਜਾਣ ਤਾਂ ਕੋਈ, ਪਰ ਇਹੋ ਜਿਹੀ ਕੋਈ ਤਕਲੀਫ ਨਹੀਂ ਹੁੰਦੀ ਉਹਨਾਂ ਨੂੰ। ਜਿਹੜੇ ਬੰਦੇ ਬੋਡੀ ਬਿਲਟ ਕਰ ਲੈਂਦੇ ਨੇ, ਬਿਲਟ ਦਾ ਇਹ ਨਹੀਂ ਬੋਡੀ ਬਿਲਡਿੰਗ ਕਰਨੀ ਹੈ ਜਾਂ ਕੁਛ ਹੈ, ਕਿ ਉਹ ਆਪਣੇ ਆਪਣਾ ਭਾਰ ਚੱਕ ਸਕਣ, ਉਹ ਮੇਰੇ ਖਿਆਲ ਉਹਨਾਂ ਨੂੰ ਕਦੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਨਹੀਂ ਆਉਂਦੀ। ਦੇਖੋ, ਧੰਨਵਾਦ। ਜਿਮ 'ਚ ਕਦੀ ਸ਼ਰਤ ਲਾ ਕੇ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹ ਕਹੂੰਗਾ ਕਿ ਜਿਮ 'ਚ ਕਦੀ ਸ਼ਰਤ ਲਾ ਕੇ ਭਾਰ ਨਾ ਚੱਕੋ। ਜਿਹੜੀ ਤੁਸੀਂ ਉਹ ਤੁਹਾਡੀ ਭਾਰ ਚੱਕਣ ਦੀ ਸ਼ਮਤਾ ਹੈ ਉਹ ਹੌਲੀ ਹੌਲੀ ਵਧੇਗੀ। ਤੁਸੀਂ ਜਦੋਂ ਭਾਰ ਸ਼ਰਤ ਲਾ ਕੇ ਚੱਕਦੇ ਹੋ ਤਾਂ ਇੱਕੋ ਦਿਨ ਹੀ ਜ਼ਿਆਦਾ ਚੱਕਣ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਰੀੜ੍ਹ ਦੀ ਹੱਡੀ ਨੂੰ ਪ੍ਰੋਬਲਮ ਆਉਂਦੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ, ਉਹ ਬਹੁਤ ਬਹੁਤ ਧੰਨਵਾਦ ਕੁਲਵੰਤ ਜੀ। ਬਾਕੀ ਵਰਲਡ ਫਿਜ਼ੀਓਥੈਰੇਪੀ ਡੇ 'ਤੇ ਦਰਸ਼ਕਾਂ ਨੂੰ ਮੈਂ ਇੱਕ ਵਾਰ ਫਿਰ ਮੁਬਾਰਕਬਾਦ ਕਰਦਾ ਜੀ।
ਬਹੁਤ ਧੰਨਵਾਦ ਔਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਮੁਬਾਰਕਬਾਦ। ਸੋ ਇਹ ਸਨ ਡਾਕਟਰ ਪੰਕਜਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਰੀੜ੍ਹ ਦੀ ਹੱਡੀ ਹੁੰਦੀ ਕੀ ਹੈ। ਅਸਲ ਦੇ ਵਿੱਚ ਪੂਰਾ ਸਟਰਕਚਰ ਸਮਝਾਇਆ, ਸਰਵਾਈਕਲ ਦੇ ਕਿੰਨੇ ਮਣਕੇ ਨੇ, ਸੈਂਟਰ 'ਚ ਕਿੰਨੇ ਮਣਕੇ ਨੇ, ਲੰਬਰ ਦੇ ਕਿੰਨੇ ਮਣਕੇ ਨੇ ਅਤੇ ਟੇਲ ਬੋਨ ਦੇ ਕਿੰਨੇ ਮਣਕੇ ਨੇ। ਟੋਟਲ ਮਣਕਿਆਂ ਦੇ ਵਿੱਚੋਂ ਫਿਰ ਕਿਹੜੇ ਮਣਕੇ ਦੇ ਵਿੱਚ ਕਿਹੜੀ ਵੇਨਸ ਕਿਸ ਤਰ੍ਹਾਂ ਨਿਕਲਦੀਆਂ ਨੇ, ਕਿਸ ਤਰੀਕੇ ਦੇ ਨਾਲ ਜਦੋਂ ਆਪਾਂ ਆਪਣੀਆਂ ਹੀ ਗਲਤੀਆਂ ਦੇ ਨਾਲ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਕਿਹੜੇ ਹਿੱਸਿਆਂ ਦੇ ਵਿੱਚ ਕਿੱਦਾਂ ਪ੍ਰੋਬਲਮ ਕ੍ਰੀਏਟ ਕਰ ਲੈਂਦੇ ਹਾਂ। ਖਾਣ ਪੀਣ ਦਾ ਕੀ ਅਸਰ ਹੁੰਦਾ ਹੈਗਾ, ਸਾਡੇ ਬੈਠਣ ਦੇ ਤਰੀਕਿਆਂ ਨਾਲ ਕੀ ਅਸਰ ਹੁੰਦਾ, ਪੋਸਚਰਸ ਜਿਹੜੇ ਨੇ ਉਹ ਕਿੱਦਾਂ ਜਦੋਂ ਗਲਤ ਹੋ ਜਾਂਦੇ ਨੇ ਉਹਨਾਂ ਦਾ ਕੀ ਅਸਰ ਹੁੰਦਾ। ਟੀਕਿਆਂ ਦੀ ਜਿਹੜੀ ਮਿੱਥ ਬਣੀ ਹੋਈ ਹੈ ਕਿ ਜਿਹੜੇ ਇੰਜੈਕਸ਼ਨ ਲੱਗਣ ਤੋਂ ਬਾਅਦ ਜਿਹੜਾ ਪੇਨ ਹੁੰਦੀ ਆ ਉਹਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ ਅਤੇ ਉਹ ਕਿੰਨੀ ਕੁ ਸੱਚਾਈ ਹੈ ਉਹਦੇ ਪਿੱਛੇ ਦੀ। ਲੇਡੀਜ਼ ਨੂੰ ਜਿਹੜੀ ਡਿਲੀਵਰੀ ਤੋਂ ਬਾਅਦ ਜਿਹੜੀਆਂ ਪੇਨਸ ਹੁੰਦੀਆਂ ਨੇ ਉਹਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਆਕੜ ਹੈ, ਆਕੜ ਨੂੰ ਜਿਹੜਾ ਉਹ ਕਿੱਦਾਂ ਢਿੱਲਾ ਕਰਨਾ ਅਤੇ ਐਕਸਰਸਾਈਜ਼ ਦੇ ਕੀ ਰੂਲਸ ਹੋਣੇ ਚਾਹੀਦੇ ਨੇ, ਉਹ ਪੂਰੀ ਦੀ ਪੂਰੀ ਜਾਣਕਾਰੀ ਅੱਜ ਡਾਕਟਰ ਪੰਕਜਪ੍ਰੀਤ ਨੇ ਸਾਡੇ ਸਾਹਮਣੇ ਰੱਖ ਦਿੱਤੀ ਹੈ। ਹੁਣ ਜਿਹੜਾ ਡਿਪੈਂਡ ਤੁਹਾਡੇ 'ਤੇ ਕਰੇਗਾ ਕਿ ਤੁਸੀਂ ਇਸ ਜਾਣਕਾਰੀ ਦਾ ਲਾਭ ਕਿਵੇਂ ਲੈਂਦੇ ਹੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਹ ਜਾਣਕਾਰੀ ਘਰ ਘਰ ਪਹੁੰਚੇ, ਕਿਉਂਕਿ ਰੀੜ੍ਹ ਦੀ ਹੱਡੀ ਹਰ ਇਨਸਾਨ ਦੇ ਅੰਦਰ ਹੈ ਅਤੇ ਹਰ ਇਨਸਾਨ ਨੂੰ ਇਸ ਜਾਣਕਾਰੀ ਦੀ ਵੱਧ ਤੋਂ ਵੱਧ ਲੋੜ ਹੈ। ਅਤੇ ਜੇਕਰ ਕੋਈ ਦੁਖੀ ਹੈ ਰੀੜ੍ਹ ਦੀ ਹੱਡੀ ਦੇ ਮੁਤਲਕ ਕਿਸੇ ਕੇਸ ਦੇ ਵਿੱਚ, ਕਿਸੇ ਬਿਮਾਰੀ ਨੂੰ ਲੈ ਕੇ ਜਾਂ ਕਿਸੇ ਸੱਟ ਨੂੰ ਲੈ ਕੇ, ਤਾਂ ਉਹ ਇਸ ਜਾਣਕਾਰੀ ਦੇ ਤੋਂ ਜੇਕਰ ਫਾਇਦਾ ਚੁੱਕ ਕੇ ਜੇਕਰ ਉਹਦੇ ਵਿੱਚੋਂ ਇੱਕ ਵੀ ਇਨਸਾਨ ਠੀਕ ਹੋ ਜਾਂਦਾ ਤਾਂ ਸਾਡੀ ਇਸ ਵੀਡੀਓ ਬਣਾਉਣ ਦਾ ਮਕਸਦ ਕਾਮਯਾਬ ਰਹੇਗਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।